ਆਨਮਤ ਕਰਮ ਪਖੰਡ ਨਿਖੇਧੀ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮਜਾ ਗਾਤੀ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। वेद कतेब सिमरित सब सासत इन पढ़िया मुक्त न हुई। एक अखर जो गुरमुख जापै तिसकी निर्मल सोई। खत्री ब्राह्मण सूद वैस उपदेश चौवर्ना को साझा। गुरमुख नाम जपै उधरै सो कल मैं घट घट नानक माझा। व्याख्या। प्रसिद्ध आनमतां दे कर्म धर्म जितने भी ਹਨ सो सब पखंड रूप ਹਨ। तिन्हां पखंड रूप कर्मां धर्मां दे कीतिਆਂ ਕਰਨ ਹਾਰੇ ਜੀਵਾਂ ਦਾ ਕੱਖ ਨਹੀਂ ਸਵਰਨਾ। ਸਗੋਂ ਅੱਗੇ ਜਾ ਕੇ ਇਹਨਾਂ ਪਖੰਡ ਕਰਮਾਂ ਧਰਮਾਂ ਦੇ ਕਰਨ ਹਾਰਿਆਂ ਉੱਤੇ ਜਮ ਜਗਾਤੀ ਦੀ ਜਗਾਤ ਦੇਣੀ ਪੈਂਦੀ ਹੈ। ਜਮ ਦਾ ਭਾਰਾ ਟੈਕਸ ਲੱਗਦਾ ਹੈ, ਜਿਸ ਕਰਕੇ ਉਕਤ ਕੀਤੇ ਕਰਮ ਧਰਮ ਸਾਰੇ ਹੀ ਲੁੱਟੇ ਖਸੁੱਟੇ ਜਾਣੇ ਹਨ ਅਤੇ ਜਮ ਦਾ ਡੰਡ ਕਰਾਰਾ ਵੱਖਰਾ ਸਹਿਣਾ ਪੈਂਦਾ ਹੈ। ਇਹ ਆਨਮਤ ਕਰਮ ਧਰਮ ਕੀਤੇ ਅੱਗੇ ਜਾ ਕੇ ਉੱਕੇ ਹੀ ਸਹਾਈ ਨਹੀਂ ਹੁੰਦੇ, ਚਾਹੇ ਸਾਰੀ ਉਮਰ ਹੀ ਕੋਈ ਕਰਮਾਚਾਰੀ ਧਰਮਚਾਰੀ ਇਹਨਾਂ ਕਰਮਾਂ ਧਰਮਾਂ ਨੂੰ ਕਰਦਾ ਰਹੇ। ਉਸ ਦਾ ਕਦੇ ਵੀ ਛੁਟਕਾਰਾ ਨਹੀਂ ਹੁੰਦਾ ਜਮ ਜਗਾਤ ਤੋਂ, ਜਮ ਦੀ ਡੰਡ ਸਹਾਤ ਤੋਂ। ਛੁਟਕਾਰਾ ਹੁੰਦਾ ਹੈ ਤਾਂ ਕੇਵਲ ਗੁਰਬਾਣੀ ਦੇ ਨਿਰਬਾਣ ਨਿਰੋਲ ਕੀਰਤਨ ਕੀਤਿਆਂ। ਗੁਰਬਾਣੀ ਦੇ ਨਿਰਬਾਣ ਕੀਰਤਨ ਦੁਆਰਾ ਵਾਹਿਗੁਰੂ ਕਰਤੇ ਪੁਰਖ ਦਾ ਜਸ ਗਾਇਆਂ ਅਤੇ ਸਿਫਤ ਸਲਾਹਿਆਂ ਹੁੰਦਾ ਹੈ। ਗੁਰਮਤਿ ਨਾਮ ਸਿਫਤ ਸਲਾਹੀ ਸਿਮਰਨ ਗੁਰਮੁਖਾਂ ਦੀ ਰਸਨਾ ਤੋਂ ਇੱਕ ਨਿਮਖ ਮਾਤਰ ਕੀਤਾ ਹੋਇਆ ਹੀ ਛੁਟਕਾਰਾ ਨਿਸਤਾਰਾ ਕਰ ਦਿੰਦਾ ਹੈ। ਜੋ ਛੁਟਕਾਰਾ ਤੇ ਨਿਸਤਾਰਾ ਸਾਰੀ ਉਮਰ ਆਨਮਤ ਕਰਮਾਂ ਧਰਮਾਂ ਦੇ ਕੀਤਿਆਂ ਨਹੀਂ ਹੁੰਦਾ ਤਾਂ ਤੇ ਪਰਮਾਰਥ ਦੇ ਪਾਂਧੀਆਂ ਗੁਰਮਤ ਗੁਰੂ ਘਰ ਦੇ ਉੱਚ ਆਤਮ ਆਕਾਂਖੀਆਂ ਸੰਤਾਂ ਭਗਤਾਂ ਨੂੰ ਹੀ ਭਵ ਸਾਗਰ ਤੋਂ ਪਾਰ ਉਤਰਨ ਦਾ ਸੱਚਾ ਈਸ਼ਰ ਰਹਿਮਤੀ ਲਾਇਸੈਂਸ ਮਿਲਿਆ ਹੈ, ਹੋਰ ਕਿਸੇ ਨੂੰ ਨਹੀਂ। ਹੋਰ ਜਿਸ ਕਿਸੇ ਨੇ ਵੀ ਇਸ ਭਵ ਸਾਗਰ ਤੋਂ ਤਰਨਾ ਉਤਰਨਾ ਮਨਸੂਬਿਆ ਹੋਵੇ ਸੋ ਪੁਰਸ਼ ਗੁਰ ਪ੍ਰਸਾਦੀ ਹੀ ਤਰ ਸਕਦਾ ਹੈ ਅਤੇ ਗੁਰ ਕਰਤਾਰ ਦੀ ਇਸ ਨਿਸਤਾਰੇ ਪਾਰ ਉਤਾਰੇ ਦੀ ਰਹਿਮਤ ਉਸੇ ਤੇ ਨਾਜ਼ਲ ਹੁੰਦੀ ਹੈ ਜੋ ਸਤ ਸਰੂਪ ਪੰਜਾਂ ਪਿਆਰਿਆਂ ਸ੍ਰੇਸ਼ਟ ਜਨਾਂ ਦੁਆਰਾ ਮਿਲੀ ਗੁਰ ਦੀਖਿਆਮਈ ਬਚਨ ਗੁਰਮੰਤਰ ਨੂੰ ਅਭਿਆਸ ਕਰ ਕਰ ਕਮਾਉਂਦੇ ਹਨ। ਇਸ ਕਲਯੁਗ ਵਿਖੇ ਭਾਵੇਂ ਆਨਮਤੀ ਕਰੋੜਾਂ ਤੀਰਥਾਂ ਦਾ ਇਸ਼ਨਾਨ ਅਤੇ ਪੁਰਬੀ ਮਹਾਤਮ ਵਾਲਾ ਮੱਜਨ ਇਸ਼ਨਾਨ ਕੀਤਾ ਜਾਵੇ ਤਾਂ ਵੀ ਉਹਨਾਂ ਮੱਜਨ ਕਰਨ ਹਾਰਿਆਂ ਮੱਜਨ ਇਸ਼ਨਾਨੀਆਂ ਦੀ ਮੈਲ ਨਹੀਂ ਲੈਂਦੀ, ਮੈਲ ਲੱਗੀ ਹੀ ਰਹਿੰਦੀ ਹੈ। ਮੱਜਨ ਇਸ਼ਨਾਨ ਕਰਨ ਹਾਰੇ ਮੈਲ ਭਰੇ ਹੀ ਰਹਿੰਦੇ ਹਨ, ਕਿਉਂਕਿ ਕਲਯੁਗ ਵਿਖੇ ਕਿਸੇ ਆਨਮਤੀ ਤੀਰਥ ਦਾ ਮਹੱਤ ਬਰਕਤੀ ਮਹਾਤਮ ਨਹੀਂ ਰਿਹਾ। ਇਹਨਾਂ ਵਿੱਚ ਨਹਾਤਿਆਂ ਵੀ ਮੈਲ ਲੈਂਦੀ ਨਹੀਂ, ਮੈਲ ਲੈਂਦੀ ਹੈ ਤਾਂ ਕਲਯੁਗ ਵਿਖੇ ਗੁਰੂ ਘਰ ਦੀ ਸਾਧ ਸੰਗਤ ਵਿੱਚ ਬੈਠੇ ਹਰ ਗੁਣ ਗਾਉਣ ਹਾਰਿਆਂ ਗੁਰਮੁਖਾਂ ਦੀ ਲੈਂਦੀ ਹੈ। ਗੁਰਮੁਖ ਜਨ ਸਾਧ ਸੰਗਤ ਸਰੋਵਰੀ ਹਰ ਜਸ ਦਾ ਇਸ਼ਨਾਨ ਕਰ ਕਰ ਨਿਰਮਲ ਹੋ ਜਾਂਦੇ ਹਨ। ਵਾਹਿਗੁਰੂ ਦਾ ਜਸ ਗਾਉਣ ਹਾਰਿਆਂ ਨੂੰ ਵਾਹਿਗੁਰੂ ਪਾਰਸ ਕਲਾ ਵਰਤਾਏ ਕੇ ਆਪ ਨਿਰਮਲ ਕਰ ਦਿੰਦਾ ਹੈ। ਹੋਰ ਜੋ ਕੋਈ ਆਨਮਤ ਦੇ ਧਰਮ ਪੁਸਤਕ ਹਨ, ਚਾਰੇ ਵੇਦ ਹਿੰਦੂਆਂ ਦੇ, ਸਾਰੀਆਂ ਮੁਸਲਮਾਨੀ ਮਤ ਦੀਆਂ ਕੁਰਾਨ ਆਦਿਕ ਕਿਤਾਬਾਂ, ਹਿੰਦੂ ਮਤ ਦੇ ਰਿਸ਼ੀਆਂ ਮੁਨੀਆਂ ਦੀਆਂ ਸਾਜੀਆਂ ਰਚੀਆਂ ਸ਼ਾਸਤਰ ਸਿਮਰਤੀਆਂ ਆਦਿਕ ਧਰਮ ਪੁਸਤਕਾਂ ਹਨ। ਇਹਨਾਂ ਦੇ ਪੜ੍ਹਿਆਂ ਤੋਂ ਮੁਕਤੀ ਨਹੀਂ ਹੁੰਦੀ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰੂ ਘਰ ਦੇ ਗੁਰਮੁਖਾਂ ਦੀ ਇੱਕ ਗੁਰਮਤੀ ਜਾਪ ਤੋਂ ਕਲਿਆਣ ਹੋ ਜਾਂਦੀ ਹੈ। ਤਿਨਾਂ ਨੂੰ ਅੱਗੇ ਜਾ ਕੇ ਸੱਚੀ ਦਰਗਾਹ ਵਿੱਚ ਨਿਰਾਲੀ ਹੀ ਸ਼ੋਭਾ ਦਾ ਮਨਸਬ ਮਰਾਤਬਾ ਮਿਲਦਾ ਹੈ। ਗੁਰਮੰਤਰ ਦੇ ਇੱਕ ਲਫ਼ਜ਼ੀ ਜਾਪ ਅਭਿਆਸ ਨਾਲ ਉਹ ਮੁਕਤੀਸ਼ਰੀ ਮਰਾਤਬਾ ਮਿਲਦਾ ਹੈ। ਗੁਰਮਤ ਨਾਮ ਅਭਿਆਸ ਕਰਨ ਹਾਰੇ ਗੁਰਮੁਖ ਅਭਿਆਸੀ ਜਨ ਨੂੰ ਜੋ ਸਾਰੀ ਉਮਰ ਉੱਪਰ ਦਸੀਆਂ ਆਨਮਤ ਧਰਮ ਪੁਸਤਕਾਂ ਦੇ ਪੜ੍ਹਨ ਹਾਰਿਆਂ ਨੂੰ ਵੀ ਨਹੀਂ ਮਿਲਦਾ, ਉਹਨਾਂ ਨੂੰ ਤਾਂ ਮੁਕਤੀ ਉੱਕੀ ਹੀ ਪ੍ਰਾਪਤ ਨਹੀਂ ਹੁੰਦੀ। ਫਿਰ ਗੁਰਮਤ ਨਾਮ ਦੇ ਜਾਪ ਅਭਿਆਸ ਦਾ ਵਾਧਾ ਇਹ ਹੈ ਕਿ ਇਸ ਦਾ ਜਾਪ ਅਭਿਆਸ ਦਾ ਅਧਿਕਾਰ ਹਰ ਮਤ ਮਤਾਂਤਰੀ, ਹਰ ਇੱਕ ਮਜ਼ਹਬ, ਮਿਲਤ, ਜਾਤ ਪਾਤ ਦੇ ਆਦਮੀਆਂ ਲਈ ਖੁੱਲ੍ਹਾ ਹੈ ਅਤੇ ਇਸ ਦੇ ਸਾਂਝੀਵਾਲ ਹਰ ਫਰਦੇ ਬਸ਼ਰ ਹਨ। ਹਰ ਇਨਸਾਨ ਹੈ, ਭਾਵੇਂ ਜਾਤ ਪਾਤ ਕਰਕੇ ਸਦਾਉਣ ਵਾਲੇ ਉੱਚੇ ਨੀਵੇਂ ਕਿਸੇ ਫਿਰਕੇ ਦਾ ਹੋਵੇ। ਇੱਥੇ ਊਚ ਨੀਚ ਦਾ ਕੋਈ ਵਿਤਕਰਾ ਨਹੀਂ, ਅਧਿਕਾਰ ਸਭਨਾਂ ਦਾ ਸਾਂਝਾ ਹੈ। ਹਰੇਕ ਮਜ਼ਹਬ ਦਾ, ਹਰੇਕ ਮਤ ਦਾ, ਹਰੇਕ ਜਾਤ ਪਾਤ ਫਿਰਕੇ ਦਾ ਪ੍ਰਾਣੀ
ਇਸ ਗੁਰਮੰਤਰ ਜਾਪ ਅਭਿਆਸ ਤੇ ਉਪਦੇਸ਼ ਦਾ ਪਾਤਰ ਅਧਿਕਾਰੀ ਹੈ। ਕਿਸੇ ਪੁਰਸ਼ ਜਾਤ ਪਾਤ ਲਈ ਇਹ ਜਾਪ ਮਖਸੂਸ ਨਹੀਂ, ਜੈਸੇ ਕਿ ਹਿੰਦੂ ਮਤ ਵਿੱਚ ਖੱਤਰੀ ਬ੍ਰਾਹਮਣ ਛੂਤ ਤੇ ਵੈਸ਼ ਚੌਂ ਜਾਤਾਂ ਦਾ ਵਰਨਾਂ ਦਾ ਵਿਤਕਰਾ ਹੈ। ਉਹਨਾਂ ਵਿੱਚ ਵੇਦ ਮੰਤਰਾਂ ਦੇ ਅਧਿਕਾਰੀ, ਧਰਮ ਸ਼ਾਸਤਰਾਂ ਦੇ ਪੜ੍ਹਨ ਦੇ ਅਧਿਕਾਰੀ ਖਾਸ ਜਾਤ ਵਰਨ ਦੇ ਪੁਰਸ਼ ਹੀ ਗਰਦਾਨੇ ਜਾਂਦੇ ਹਨ। ਸ਼ੂਗਰ ਆਦਿਕ ਉੱਕੇ ਹੀ ਅਧਿਕਾਰੀ ਨਹੀਂ। ਇਸਤਰੀ ਜਾਤੀ ਨੂੰ ਵੀ ਸ਼ੂਦਰ ਸਮਝ ਕੇ ਦੁਰਕਾਰਿਆ ਜਾਂਦਾ ਹੈ। ਗੁਰੂ ਘਰ ਦਾ ਗੁਰਮੁਖੀ ਨਾਮ ਐਸਾ ਹੈ ਜਿਸ ਨੂੰ ਕੋਈ ਜਪੇ ਉਸੇ ਦਾ ਉਧਾਰ ਹੋ ਜਾਂਦਾ ਹੈ। ਕਲਯੁਗ ਵਿਖੇ ਉਧਾਰ ਹੀ ਨਾਮ ਗੁਰਮਤਿ ਨਾਮ ਜਪਿਆ ਹੁੰਦਾ ਹੈ ਅਤੇ ਸਾਰੇ ਪ੍ਰਾਣੀਆਂ, ਇਨਸਾਨਾਂ, ਦਰ ਦੀਨਾਂ ਦਾ ਉਧਾਰ ਹੋ ਜਾਂਦਾ ਹੈ। ਪਰ ਗੁਰਸਿੱਖ ਤੇ ਗੁਰਮੁਖ ਬਣ ਕੇ, ਗੁਰਮੁਖ ਬਣਨ ਦਾ, ਗੁਰਸਿੱਖ ਸੱਜਣ ਦਾ, ਅੰਮ੍ਰਿਤ ਛਕਣ ਦਾ ਅਧਿਕਾਰ ਸਾਰਿਆਂ ਨੂੰ ਹੈ। ਇਨਸਾਨ ਮਾਤਰ ਨੂੰ ਹੈ, ਮਲੇਛ ਚੰਡਾਲਾਂ ਨੂੰ ਵੀ ਹੈ। ਸਭੇ ਹੀ ਅੰਮ੍ਰਿਤ ਬਾਟੇ ਦੇ ਸਾਂਝੀਵਾਲ ਹਨ। ਕੋਈ ਵੀ ਬਾਹਰ ਨਹੀਂ, ਕਿਸੇ ਦਾ ਖਾਸ ਹੱਕ ਮਖਸੂਸ ਨਹੀਂ, ਕਿਸੇ ਦਾ ਹੱਕ ਮਹਿਦੂਦ ਤੇ ਮਹਿਫੂਜ਼ ਨਹੀਂ। ਗੁਰਮਤ ਦੇ ਉਪਦੇਸ਼ ਦਾ ਹੱਕ ਸਭ ਵਰਨਾਂ, ਆਸ਼ਰਮਾਂ, ਮਜ਼ਹਬਾਂ, ਮਤਾਂ ਲਈ ਸਾਂਝਾ ਹੈ। ਊਚ ਨੀਚ ਦਾ ਵੰਡ ਵੰਡੇਵਾ, ਵਖੇਵਾਂ ਇੱਥੇ ਉੱਕਾ ਹੀ ਨਹੀਂ। ਜੋ ਪ੍ਰਾਣੀ ਵੀ ਅੰਮ੍ਰਿਤ ਛਕ ਕੇ ਅਤੇ ਅੰਮ੍ਰਿਤ ਸੰਚਾਰ ਸਮੇਂ ਨਾਮ ਗੁਰਮੰਤਰੀ ਦੀਖਿਆ ਲੈ ਕੇ ਫੇਰ ਗੁਰਮਤ ਨਾਮ ਦੇ ਅਭਿਆਸ ਦੀਆਂ ਅਤੁੱਟ ਜਾਪ ਕਮਾਈਆਂ ਕਰ ਲਵੇ, ਉਸ ਦਾ ਉਧਾਰ ਹੋ ਜਾਂਦਾ ਹੈ। ਇਸ ਕਲੀ ਕਾਲ ਵਿਖੇ ਗੁਰਮਤ ਧਰਮ ਧਾਰਨੀਆਂ ਦੀ ਇਹੀ ਵਿਸ਼ੇਸ਼ਤਾ ਹੈ। ਆਨਮਤੀ ਜਾਤ ਪਾਤੀ ਵਿਤਕਰੇ ਵਾਲੀ ਹੇਚਤਾ ਇੱਥੇ ਨਹੀਂ। ਅਗਲਾ ਗੁਰਵਾਕ ਵੀ ਆਨਮਤ ਕਰਮਾਂ ਦੀ ਨਿਖੇਧੀ ਇਸ ਵਿਦ ਕਰਦਾ ਹੈ। ਯਥਾ ਗੁਰਵਾਕ ਵੇਦ ਪੜੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫਿਰੈ ਬਿਲ ਲਾਤੇ, ਤੇ ਵੀ ਮੋਹੇ ਮਾਈ। 10 ਅਵਤਾਰ ਰਾਜੇ ਹੋਏ ਵਰਤੇ, ਮਹਾਦੇਵ ਅਵਧੂਤਾ, ਤਿਨ ਵੀ ਅੰਤ ਨ ਪਾਇਓ ਤੇਰਾ, ਲਾਏ ਥਕੇ ਬਿਭੂਤਾ। ਸੂਹੀ ਮਹਲਾ ਪੰਜਵਾਂ। ਭਾਵ ਵੇਦਾਂ ਨੂੰ ਪੜਨ ਹਾਰੇ ਅਨੇਕਾਂ ਵੇਦ ਬਖਤੇ ਅਤੇ ਵੇਦ ਬੇਤੇ ਬ੍ਰਹਮੇ ਹੋ ਗੁਜ਼ਰੇ ਹਨ ਅਤੇ ਵੇਦਾਂ ਦੀਆਂ ਪੜ੍ਹਾਈਆਂ ਪੜ ਹਾਰ ਗਏ ਹਨ। ਤਿਨਾਂ ਤੋਂ ਤਿਲ ਮਾਤਰ ਵੀ ਕਾਦਰ ਕਰਤੇ ਪੁਰਖ ਦੀ ਕੀਮਤ ਨਹੀਂ ਪਾਈ ਗਈ। ਸਾਧਕੀ ਅਤੇ ਅਨੇਕਾਂ ਸਾਧਨਾ ਸਾਧਨ ਹਾਰੇ ਸਿੱਧ ਜੋਗੀ ਵਿਲਕਦੇ ਫਿਰਦੇ ਹਨ। ਤਿਨਾਂ ਤੋਂ ਵੀ ਕੋਈ ਪੂਰੀ ਨਹੀਂ ਪਈ। ਮਾਇਆ ਦੇ ਮੋਹ ਵਿੱਚ ਹੀ ਅਟਕ ਕੇ ਉਲਝ ਗਏ ਤੇ ਉੱਥੇ ਹੀ ਰਹਿ ਗਏ। ਪਰਮਾਰਥ ਦਾ ਪੈਂਡਾ ਦੂਰ ਰਹਿ ਗਿਆ, ਮੰਜ਼ਲ ਅਤ ਦੂਰ ਰਹਿ ਗਈ। ਵਿਸ਼ਨੂੰ ਨੇ 10 ਅਵਤਾਰ ਧਾਰੇ ਅਤੇ ਰਾਜਸੀ ਪੱਖ ਵਿੱਚ ਹੋ ਕੇ ਹੀ ਬਥੇਰਾ ਵਰਤਿਆ। ਮਹਾਦੇਵ ਅਵਧੂਤ ਹੀ ਬਣਿਆ ਰਿਹਾ, ਮਹਾ ਤਿਆਗ ਸੰਨਿਆਸ ਦਾ ਧਾਰਨੀ ਬਣਿਆ ਰਿਹਾ। ਭਸਮ ਵਿਭੂਤੀਆਂ ਬਥੇਰੀਆਂ ਲਾ ਥੱਕਿਆ, ਨਾ ਤਿਸ ਨੇ ਵਾਹਿਗੁਰੂ ਦਾ ਅੰਤ ਪਾਇਆ, ਨਾ ਵਿਸ਼ਨੂੰ ਅਵਤਾਰਾਂ ਰਾਜ ਲੀਲਾ ਵਰਤਾਉਣ ਹਾਰਿਆਂ ਨੇ ਵਾਹਿਗੁਰੂ ਦਾ ਅੰਤ ਪਾਇਆ। ਇਹਨਾਂ ਦੇ ਕਰਮ ਧਰਮ ਕੀਤੇ ਨਿਸਫਲ ਹੀ ਗਏ। ਇਹਨਾਂ ਦੀ ਕਲਿਆਣ ਨਾ ਹੀ ਹੋਈ, ਅੰਤ ਤਾਂ ਕੀ ਪਾਉਣਾ ਸੀ। ਪਾਖੰਡ ਕਰਮ ਦੀ ਨਿਖੇਧੀ ਅਗਲੀ ਗੁਰ ਪ੍ਰਮਾਣ ਦੀ ਦੁਤੁਕੀ ਇਸ ਤਰ੍ਹਾਂ ਕਰਦੀ ਹੈ। ਕਰ ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਭਈਆ, ਬੇਸਵਾ ਕਹਿ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਬਿਲਾਵਲ ਮਹਲਾ ਚੌਥਾ। ਆਨਮਤ ਕਿਰਿਆ ਚਾਰੀ ਕਰਮ ਕਰ ਕਰ ਬਥੇਰੇ ਪਖੰਡ ਕਰਮ ਆਨਮਤ ਕਰਮਾਚਾਰੀਆਂ ਨੇ ਵਧਾਏ। ਵੱਧ ਤੋਂ ਵੱਧ ਪਖੰਡ ਕਿਰਿਆਚਾਰੀ ਕਰਮ ਕੀਤੇ, ਪਰੰਤੂ ਮਨ ਕਰਕੇ ਇਹ ਪਖੰਡ ਕਰਮ ਹੀ ਰਿਹਾ ਅਤੇ ਪਖੰਡ ਕਰਮ ਕਰਨ ਹਾਰਿਆਂ ਪਖੰਡੀਆਂ ਦੇ ਮਨ ਵਿੱਚ ਲੋਭ ਗ੍ਰਸਿਆ ਕਪਟ ਵੀ ਛਾਇਆ ਰਿਹਾ। ਇਸ ਤੋਂ ਪਰਮਾਰਥ ਦੀ ਪ੍ਰਾਪਤੀ ਕੀ ਹੋ ਸਕਣੀ ਸੀ? ਤਸੂ ਵੀ ਨਾ ਹੋਈ। ਕੋਈ ਵੀ ਪਖੰਡ ਕਰਮ ਕੀਤਾ ਲੇਖੇ ਨਾ ਪਿਆ। ਜੈਸੇ ਕਿ ਬੇਸਵਾ ਚਾਹੇ ਕਿਤਨੇ ਵਿਭਚਾਰ ਕਮਾ ਲਵੇ, ਤਿਸ ਵਿਭਚਾਰਨ ਦੇ ਪੇਟੋਂ ਜੋ ਪੁੱਤਰ ਪੈਦਾ ਹੋਵੇਗਾ ਹਰਾਮੀ ਹੀ ਕਹਾਉਂਦਾ ਹੈ। ਉਸ ਦੇ ਪਿਤਾ ਦਾ ਕੀ ਨਾਮ ਪਊ ਤੇ ਉਹ ਕਿਸ ਦਾ ਸਦਾਊ? ਕਿਸੇ ਦਾ ਵੀ ਨਹੀਂ ਸਦਾਉਂਦਾ। ਤਿਵੇਂ ਹੀ ਆਨਮਤ ਪਖੰਡ ਕਰਮ ਕਰਨ ਹਾਰੇ ਤਿਸ ਵਿਭਚਾਰੀ ਬਾਜ਼ਾਰੀ ਇਸਤਰੀ ਨਿਆਈ ਵਿਭਚਾਰ ਕਰਮ ਹੀ ਕਮਾਉਂਦੇ ਹਨ। ਤਿਨਾਂ ਦੇ ਕਰਮ ਅਜਾਈ ਹੀ ਜਾਂਦੇ ਹਨ, ਕਿਸੇ ਲੇਖੇ ਨਹੀਂ ਪੈਂਦੇ। ਕਿਰਿਆਚਾਰ ਪੂਜਾ ਆਦਿਕ ਆਨਮਤ ਕਰਮ ਧਰਮ ਵਧਾ ਕੇ ਬਹੁਤ ਕੀਤੇ, ਪਰ ਮਨ ਵਿੱਚ ਝੂਠਾ ਵਿਖਾਵਾ, ਲੋਭ ਅਤੇ ਵਲਛਲ ਇਹੋ ਕੰਮ ਹੀ ਰਿਹਾ। ਇਸ ਕਰਕੇ ਇਹ ਕਰਮ ਵਾਹਿਗੁਰੂ ਨੂੰ ਪ੍ਰਵਾਨ ਨਾ ਹੋਏ। ਨਾਨਾ ਪ੍ਰਕਾਰੀ ਆਨਮਤ ਕਰਮਾਂ ਦੀ ਨਿਖੇਧੀ ਅਗਲੇ ਗੁਰਵਾਕ ਅੰਦਰ ਭਲੀ ਭਾਂਤ ਕੀਤੀ ਗਈ ਹੈ। ਰਾਗ ਗੌਂਡ ਬਾਣੀ ਨਾਮਦੇਵ ਜੀ ਕੀ ਘਰ ਪਹਿਲਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਸਮੇਧ ਜਗਨੇ
ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ। ਤਉ ਨ ਪੁਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਰਹਾਉ। ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ, ਮੁਖ ਬੇਦ ਚਤੁਰ ਪੜਤਾ। ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ। शिवा सकत संबादं मन छोड़ छोड़ सगल भेदं, सिमर सिमर गोबिंदं भज नामा तरस भव सिंधं। इस गुरवाक अंदर ਇਹ ਪ੍ਰਤਿਪਾਦਨ ਕੀਤਾ ਗਿਆ ਹੈ ਕਿ ਕਰਮਕਾਰੀ ਯਗ ਦਾਨ ਨਾਨਾ ਪ੍ਰਕਾਰੀ ਤੀਰਥ ਇਸ਼ਨਾਨ, ਤੀਰਥਾਂ ਦੇ ਇਸ਼ਨਾਨ ਦੇ ਪਾਠ ਆਦਿਕ ਆਨਮਤੀ ਕਰਮ ਧਰਮ ਸਭ ਪਖੰਡ ਕਿਰਿਆ ਹਨ। ਵਾਹਿਗੁਰੂ ਦਾ ਨਾਮ ਅਤੇ ਸਿਫਤ ਸਲਾਹੀ ਜਾਪ ਦੇ ਤੁਲ ਤਸੂ ਮਾਤਰ ਵੀ ਨਹੀਂ ਪੁੱਜਦੇ। ਬੜੇ ਬੜੇ ਯੱਗ ਅਸਵਮੇਧ ਯੱਗ ਭਾਵੇਂ ਕੋਈ ਕਿਤਨੇ ਕਰੇ, ਆਪਣੇ ਬਰਾਬਰ ਤੋਲ ਕੇ ਸੋਨੇ ਦਾ ਦਾਨ ਕਰੇ, ਪ੍ਰਾਗ ਰਾਜ ਤੀਰਥ ਦੇ ਇਸ਼ਨਾਨ ਭਾਵੇਂ ਕਿਤਨੇ ਕਰੇ, ਤਾਂ ਵੀ ਇਹ ਨਾਮ ਸਿਫਤ ਸਲਾਹ ਦੇ ਤੁਲ ਨਹੀਂ ਪੁੱਜਦੇ। ਤਾਂ ਤੇ ਅਨਮਤੀਆਂ ਦੀ ਰੀਸੇ ਇਹਨਾਂ ਕਰਮਾਂ ਧਰਮਾਂ ਵਿੱਚ ਖਚਤ ਹੋਣ ਦੀ ਕੋਈ ਲੋੜ ਨਹੀਂ, ਮਗਰ ਸਿੱਖਾਂ ਗੁਰਮਤ ਦੇ ਜਗਿਆਸੂਆਂ ਲਈ ਆਨਮਤੀਆਂ ਦੀ ਰੀਸ ਕਰਨਾ ਬੜਾ ਹੀ ਮਨਮਤੀ ਕਰਮ ਹੈ ਜੋ ਗੁਰਮਤ ਅੰਦਰ ਨਿਖੇਧਿਆ ਗਿਆ ਹੈ। ਤਾਂ ਤੇ ਗੁਰਸਿੱਖਾਂ ਨੂੰ ਸਾਰੀਆਂ ਆਨਮਤਾਂ ਤਿਆਗ ਕੇ ਵਾਹਿਗੁਰੂ ਦੇ ਭਜਨ ਵਿੱਚ ਸਾਵਧਾਨ ਹੋ ਕੇ ਡਟ ਜਾਣਾ ਚਾਹੀਦਾ ਹੈ। ਗਿਆ ਜਾ ਕੇ ਪਿਤਰਾਂ ਦੇ ਪਿੰਡ ਭਰਾਉਣੇ, ਕਾਸ਼ੀ ਬਨਾਰਸ ਵਿਖੇ ਜਾ ਕੇ ਆਸਨਾਮੇ ਨਦੀ ਦੇ ਕਿਨਾਰੇ ਬਸਣਾ, ਚਾਰੇ ਬੇਦਾਂ ਦਾ ਕੰਠਾਗਰ ਮੂੰਹ ਜ਼ਬਾਨੀ ਪਾਠੀ ਹੋਵੇ, ਸਾਰੇ ਕਰਮ ਧਰਮ ਅਦਾ ਕਰਨ ਵਾਲਾ ਹੋਵੇ, ਸਾਰੇ ਮੁਖੀ ਗਿਆਨ ਇੰਦਰੀਆਂ ਨੂੰ ਵਸ ਕਰਕੇ ਰੱਖਣ ਵਾਲਾ ਹੋਵੇ, ਵੇਦ ਪੜ੍ਹਨਾ ਪੜ੍ਹਾਉਣਾ, ਯੱਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ, ਇਹਨਾਂ 6 ਕਰਮਾਂ ਦੀ ਪੱਕੀ ਰਹਿਤ ਮਰਿਆਦਾ ਦਾ ਧਾਰਨੀ ਹੋਵੇ, ਸ਼ਿਵ ਅਤੇ ਸ਼ਕਤੀ ਦੇ ਸੰਵਾਦ ਚਰਚਿਆਂ ਵਿੱਚ ਲੱਗਿਆ ਰਹਿੰਦਾ ਹੋਵੇ। ਇਹ ਸਭ ਫੋਕਟ ਕਰਮ ਹਨ। ਇਹਨਾਂ ਪਖੰਡ ਪੁਆੜਿਆਂ ਨੂੰ ਛੱਡ ਕੇ ਗੋਬਿੰਦ ਸਿਮਰਨ ਵਿੱਚ ਤਤਪਰ ਹੋ ਕੇ ਲੱਗਣਾ ਚਾਹੀਦਾ ਹੈ। ਭਵ ਸਾਗਰ ਤੋਂ ਤਰਨ ਦਾ ਸੁਖੈਨ ਕਰਮ ਵਾਹਿਗੁਰੂ ਨਾਮ ਦਾ ਭਜਨ ਹੈ। ਆਨਮਤ ਕਰਮ ਕਾਂਡ ਕਰਨ ਕਰਕੇ ਗੁਰਮਤ ਸਹਿਜ ਪਦ ਵਾਲਾ ਪੂਰਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਬਿਨਾਂ ਸਹਿਜ ਪਦ ਪ੍ਰਾਪਤ ਹੋਏ ਅੰਦਰੋਂ ਸੰਸਾ ਭਰਮ ਨਹੀਂ ਜਾਂਦਾ। ਇਹ ਸੰਸਾ ਭਰਮ ਅਗਿਆਨ ਕਿਸੇ ਵੀ ਸੰਜਮ ਉਪਾਉ ਯਤਨ ਨਾਲ ਨਹੀਂ ਜਾਂਦਾ, ਭਾਵੇਂ ਕਿਤਨੇ ਵੀ ਆਨਮਤ ਕਰਮਾਂ ਨੂੰ ਕਰ ਕਰ ਹੰਭ ਰਹੇ ਕੋਈ। ਇਸ ਦੁਚਿੱਤੀ ਅਗਿਆਨ ਭਰਮ ਸੰਸੇ ਕਰਕੇ ਜੀਵਾਂ ਦਾ ਆਤਮਾ ਮਲੀਨ ਰਹਿੰਦਾ ਹੈ, ਕਿਸੇ ਸੰਜਮ ਨਾਲ ਵੀ ਧੋਤਾ ਨਹੀਂ ਜਾਂਦਾ। ਸ਼ਬਦ ਗੁਰ ਮੰਤਰ ਦੇ ਨਾਲ ਅਹਨਸ ਸੁਰਤੀ ਜੋੜਨ ਕਰਕੇ ਹੀ ਇਹ ਮਲੀਨ ਮਨ ਨਿਰਮਲ ਹੋ ਜਾਂਦਾ ਹੈ ਅਤੇ ਧੋਤਾ ਜਾਂਦਾ ਹੈ। ਸਦਾ ਹੀ ਸ਼ਬਦ ਨਾਲ ਲੱਗਿਆ ਰਹੇ ਤਾਂ ਇਹ ਬਿਧ ਬਣਦੀ ਹੈ। ਗੁਰੂ ਦੀ ਕਿਰਪਾ ਨਾਲ ਹੀ ਸਹਿਜ ਪਦ ਉਪਜਦਾ ਹੈ, ਜਿਸ ਦੇ ਉਪਜਣ ਕਰਕੇ ਸਾਰਾ ਹੀ ਸੰਸਾਰ ਰੋਗ ਚੁੱਕਿਆ ਜਾਂਦਾ ਹੈ। ਨਹੀਂ ਤਾਂ ਇਹ ਸਮੁੱਚੇ ਹੀ ਆਨਮਤੀ ਕਰਮ ਸੰਸੇ ਦੇ ਘਰ ਹਨ ਤੇ ਸੰਸਾ ਹੀ ਸੰਸਾ ਉਪਜਾਉਣ ਹਾਰੇ ਹਨ। ਯਥਾ ਗੁਰਵਾਕ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਰਾਮ ਕਲੀ ਮਹਲਾ ਤੀਜਾ ਆਨੰਦ। ਜੋਗੀਆਂ ਦੇ 12 ਫਿਰਕੇ ਹਨ। ਇਹਨਾਂ 12 ਫਿਰਕਿਆਂ ਵਿੱਚ ਹੀ ਸਾਰੇ ਜੋਗੀ ਭਰਮਾਏ ਤੇ ਭਰਮੇ ਫਿਰਦੇ ਹਨ ਅਤੇ ਸੰਨਿਆਸੀਆਂ ਦੇ 10 ਫਿਰਕੇ ਹਨ। ਇਹਨਾਂ 10 ਫਿਰਕਿਆਂ ਵਿੱਚ ਸਾਰੇ ਹੀ ਸੰਨਿਆਸੀ ਭਰਮੇ ਭਰਮਾਏ ਫਿਰਦੇ ਹਨ। ਕਿਸੇ ਦੀ ਵੀ ਕਲਿਆਣ ਨਹੀਂ ਹੁੰਦੀ। ਮੋਖ ਦੁਆਰ ਕਲਿਆਣ ਤਾਂ ਗੁਰੂ ਕੇ ਸ਼ਬਦ ਗੁਰ ਮੰਤਰ ਦੀ ਕਮਾਈ ਕੀਤਿਆਂ ਹੀ ਮਿਲਦੀ ਹੈ। ਗੁਰ ਸ਼ਬਦ ਕਮਾਈ ਕਰ ਕਰ ਮਰ ਜੀਵੜਾ ਹੋਇਆਂ ਹੀ ਇਸ ਗੁਰਮਤ ਮੋਖ ਦੁਆਰੇ ਦੀ ਪ੍ਰਾਪਤੀ ਹੁੰਦੀ ਹੈ। ਯਥਾ ਗੁਰਵਾਕ 12 ਮੈਂ ਜੋਗੀ ਭਰਮਾਏ, ਸੰਨਿਆਸੀ 6 4, ਗੁਰ ਕੈ ਸ਼ਬਦ ਜੋ ਮਰ ਜੀਵੈ, ਸੋ ਪਾਏ ਮੋਖ ਦੁਆਰ। ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ। ਇਹ ਸਿਮਰਤੀਆਂ ਤੇ ਸ਼ਾਸਤਰ ਜਿਹੜੇ ਸਾਜੇ ਗਏ ਹਨ, ਇਹਨਾਂ ਵਿੱਚ ਕੁਝ ਨਹੀਂ ਧਰਿਆ ਪਿਆ। ਇਹਨਾਂ ਵਿੱਚ ਸਿਰਫ ਪਾਪ ਪੁੰਨ ਦੇ ਕਰਮਾਂ ਦੀਆਂ ਗਿਟੀਆਂ ਗਣਤ ਗਣੀਆਂ ਹੋਈਆਂ ਹਨ। ਇਹਨਾਂ ਗਣਤਾਂ ਵਿੱਚੋਂ ਸੋਈ ਨਿਕਲਦਾ ਹੈ ਜਿਸ ਨੂੰ ਸੱਚੇ ਗੁਰਮਤ ਗਿਆਨ ਦੀ ਸੂਝ-ਬੂਝ ਆਪ ਗੁਰੂ ਕਰਤਾਰ ਬੁਝਾਉਂਦਾ ਸੁਝਾਉਂਦਾ ਹੈ। ਯਥਾ ਗੁਰਵਾਕ ਸਿਮਰਿਤ ਸਾਸਤ ਸਾਜਿਅਨ, ਪਾਪ ਪੁੰਨ ਗਣਤ ਗਣੀਨੀ, ਜਿਸ ਬੁਝਾਏ ਸੋ ਬੁਝਸੀ, ਸੱਚੈ ਸ਼ਬਦ ਪਤੀਨੀ। ਰਾਮ ਕਲੀ ਕੀ ਵਾਰ। ਸੋ ਸ਼ਬਦ ਦੇ ਦ੍ਰਿੜ ਹੋਇਆਂ ਹੀ ਸੱਚੀ ਪਤੀਜ ਆਉਂਦੀ ਹੈ।
ਗੁਰਮਤਿ ਤੋਂ ਕੁੱਥੇ ਹੋਏ ਅਤੇ ਆਪੋਂ ਬਣ ਬੈਠੇ ਅਗਿਆਨੀ ਅੰਧਲੇ ਗੁਰੂਆਂ ਦੇ ਚੇਲੇ ਵੀ ਅਗਿਆਨੀ ਅੰਧਲੇ ਹਨ। ਉਹ ਕਰਮ ਵੀ ਅੰਧਲੇ ਅੰਧ ਅਗਿਆਨੀਆਂ ਵਾਲੇ ਕਰਦੇ ਹਨ। ਗੁਰੂ ਕੇ ਭਾਣੇ ਦਾ ਉਹਨਾਂ ਨੂੰ ਗਿਆਨ ਹੀ ਨਹੀਂ। ਉਹ ਆਪਣੇ ਭਾਣੇ ਹੀ ਆਪ ਹੁਦਰੇ ਚੱਲਦੇ ਹਨ ਅਤੇ ਪਾਪ ਹੁਦਰੇ ਕਰਮ ਕਰਦੇ ਹਨ, ਤੇ ਇਹਨਾਂ ਆਪ ਹੁਦਰੇ ਕਰਮਾਂ ਦੇ ਕਰਨ ਕਰ ਉਹ ਬੜੇ ਬੜੇ ਕਰਮੀ ਹੋਣ ਦੀਆਂ ਗੱਪਾਂ ਮਾਰਦੇ ਹਨ। ਨਿਰਾ ਝੂਠ ਬੋਲਣ ਤੇ ਹੀ ਉਹਨਾਂ ਨੇ ਲੱਕ ਬੰਨਿਆ ਹੋਇਆ ਹੁੰਦਾ ਹੈ। ਕੂੜ ਕੁਸੱਤ ਹੀ ਕਮਾਉਂਦੇ ਹਨ। ਕਰਨੀ ਵਾਲਿਆਂ ਦੀ ਨਿੰਦਾ ਕਰਦੇ ਰੱਜਦੇ ਨਹੀਂ। ਇਸ ਪਰ ਨਿੰਦਿਆ ਦੇ ਕਾਰਨ ਉਹ ਆਪ ਵੀ ਡੁੱਬ ਜਾਂਦੇ ਹਨ। ਉਹਨਾਂ ਵਿਚਾਰਿਆਂ ਦੇ ਕਰਮਾਂ ਵਿੱਚ ਪਰਾਈ ਨਿੰਦਿਆ ਹੀ ਲਿਖੀ ਹੋਈ ਹੁੰਦੀ ਹੈ। ਜਿਵੇਂ ਜਿਵੇਂ ਕਰੂਰ ਕਰਮ ਦਾ ਫਲ ਭੁਗਤਦੇ ਹਨ, ਤਿਵੇਂ ਤਿਵੇਂ ਉਹਨਾਂ ਦੀ ਰੁਚੀ ਪਰ ਨਿੰਦਿਆ ਤੇ ਕੁਕਰਮਾਂ ਵਿੱਚ ਹੀ ਲੱਗੀ ਰਹਿੰਦੀ ਹੈ। ਧੁਰੋਂ ਲਾਈ ਹੋਈ ਲੱਗਦੀ ਹੈ। ਕਰਮ ਰਜ਼ਾਈ ਗਤੀ ਹੀ ਉਹਨਾਂ ਦੀ ਐਸੀ ਹੁੰਦੀ ਹੈ। ਮਹਲਾ ਤੀਜਾ। ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਓਏ ਭਾਣਾ ਚੱਲਣ ਆਪਣਾ ਨਿਤ ਝੂਠੋ ਝੂਠ ਬੁਲੇਨ। ਕੂੜ ਕੁਸੱਤ ਕਮਾਉਂਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ। ਨਾਨਕ ਜਿਤ ਓਏ ਲਾਏ ਤਿਤ ਲਗੇ, ਓਏ ਬਪੜੇ ਕਿਆ ਕਰੇਨ। ਰਾਮਕਲੀ ਕੀ ਵਾਰ। ਅਗਲੇ ਗੁਰਵਾਕ ਅੰਦਰ ਵਰਣਿਤ ਹੈ ਕਿ ਨਿਤ ਕਰਮ ਕਾਂਡੀਆਂ ਅਮਲਾਂ ਤੋਂ ਸਖਣੇ ਪੰਡਤਾਂ, ਸੰਕਲਪਾਂ ਵਿਕਲਪਾਂ ਵਾਲੇ ਡਿੰਬੀ ਸੰਸਾਰੀਆਂ, ਮਾਇਆ ਕਾਰਨ ਧਾਵਨ ਵਾਲੇ ਉਦਾਸੀਆਂ, ਸੰਨਿਆਸੀਆਂ ਅਤੇ ਤਪੀਆਂ, ਆਪਣੇ ਜਤ ਸਤ ਉੱਤੇ ਗੁਮਾਨ ਕਰਨ ਵਾਲੇ ਬ੍ਰਹਮਚਾਰੀਆਂ, ਕ੍ਰੋਧਵਾਨ ਤਿਆਗੀਆਂ ਅਤੇ ਰੋਟੀਆਂ ਕਾਰਨ ਤਾਲ ਪੂਰਨ ਹਾਰੇ, ਪੇਟ ਪਾਲਣ ਹਿਤ ਨੱਚਣ ਟੱਪਣ ਵਾਲੇ ਭਗਤੀਆਂ ਦੀ ਕਮਾਈ ਖਾਲੀ ਜਾਂਦੀ ਹੈ। ਇਹਨਾਂ ਪਖੰਡ ਕਿਰਿਆਂ ਦੀ ਕਰਮ ਕਰਤੂਤ ਦਾ ਕਰਨਾ ਮਿਥਿਆ ਹੈ। ਯਥਾ ਗੁਰਵਾਕ। ਮਾਰੂ ਮਹਲਾ ਪੰਜਵਾਂ। ਬੇਦ ਪੁਕਾਰੈ ਮੁਖ ਤੇ ਪੰਡਤ, ਕਾ ਮਾਮਨ ਕਾ ਮਾਠਾ। ਮੁਨੀ ਹੋਏ ਬੈਠਾ ਇਕਾਂਤੀ, ਹਿਰਦਾ ਕਲਪਨ ਗਾਠਾ। ਹੋਏ ਉਦਾਸੀ ਗ੍ਰਹ ਤਜ ਚਲਿਓ, ਛੁਟਕੈ ਨਾਹੀ ਨਾਠਾ। ਜੀ ਕੀ ਕਹਿ ਪੈ ਬਾਤ ਕਹਾਂ, ਆਪ ਮੁਕਤ ਮੋਹ ਕਉ ਪ੍ਰਭ ਮੇਲੇ। ਐਸੋ ਕਹਾਂ ਲਹਾਂ ਰਹਾਓ। ਤਪਸੀ ਕਰ ਕੈ ਦੇਹੀ ਸਾਧੀ, ਮਨੁਆ ਦੈ ਦਿਸ ਧਾਨਾ। ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੈ ਭਇਆ ਗੁਮਾਨਾ। ਸੰਨਿਆਸੀ ਹੋਇ ਕੈ ਤੀਰਥ ਭ੍ਰਮਿਓ, ਉਸ ਮੈਂ ਕ੍ਰੋਧ ਬਿਗਾਨਾ। ਘੂੰਗਰ ਬਾਂਧ ਭਏ ਰਾਮਦਾਸਾ, ਰੋਟੀਆਂ ਕੇ ਉਹ ਪਾਵਾ। ਬਰਤ ਨੇਮ ਕਰਮ ਖਟ ਕੀਨੇ, ਬਾਹਰ ਭੇਖ ਦਿਖਾਵਾ। ਗੀਤ ਨਾਦ ਮੁਖ ਰਾਗ ਅਲਾਪੇ, ਮਨ ਨਹੀਂ ਹਰ ਹਰ ਗਾਵਾ। ਹਰਖ ਸੋਗ ਲੋਭ ਮੋਹ ਰਹਿਤ ਹੈ, ਨਿਰਮਲ ਹਰ ਕੇ ਸੰਤਾ। ਤਿਨ ਕੀ ਧੂੜ ਪਾਏ ਮਨ ਮੇਰਾ, ਜਾਂ ਦਇਆ ਕਰੇ ਭਗਵੰਤਾ। ਕਹੋ ਨਾਨਕ ਗੁਰ ਪੂਰਾ ਮਿਲਿਆ, ਤਾਂ ਉਤਰੀ ਮਨ ਕੀ ਚਿੰਤਾ। ਮੇਰਾ ਅੰਤਰ ਜਾਮੀ ਹਰ ਰਾਇਆ, ਸਭ ਕਿਛ ਜਾਣੈ ਮੇਰੇ ਜੀ ਕਾ ਪ੍ਰੀਤਮ। ਬਿਸਰ ਗਏ ਬਕ ਬਾਇਆ ਰਹਾਉ ਦੂਜਾ। ਵਿਆਖਿਆ। ਵੇਦ ਪਾਠੀ ਪੰਡਿਤ ਮੁੱਖੋਂ ਤਾਂ ਵੇਦ ਪੜ੍ਹਦਾ ਹੈ। ਵੇਦ ਮੰਤਰਾਂ ਦੀਆਂ ਰਿਚਾਂ ਉੱਚੀਆਂ ਉੱਚੀਆਂ ਸੁਰਾਂ ਧੁਨੀਆਂ ਨਾਲ ਪੁਕਾਰਦਾ ਹੈ, ਪਰ ਮਨ ਦੀ ਕਾਮਨਾ ਹੈ ਕਿਸੇ ਮਾਇਆਵੀ ਮਨੋਰਥ ਨੂੰ ਜਾਂ ਮਾਇਆ ਨੂੰ ਹੀ ਪ੍ਰਾਪਤ ਕਰਨ ਦੀ, ਮਤਲਬ ਸਿੱਧੀ ਦੇ ਗੁਲਛਰੇ ਉਡਾਉਣ ਲਈ। ਹਿਰਦੇ ਵਿੱਚ ਤਾਂ ਕਿਸੇ ਕਲਪਨਾ ਸੰਕਲਪ ਵਿਕਲਪ ਦੀ ਗੰਢ ਵੱਜੀ ਹੋਈ ਹੈ। ਫੁਰਨੇ ਤੇ ਫੁਰਨੇ ਉਪਜ ਰਹੇ ਹਨ, ਪਰ ਦਿਖਾਵੇ ਮਾਤਰ ਬਗਲ ਸਮਾਧੀ ਲਾ ਕੇ ਇਕਾਂਤ ਵਿੱਚ ਇਕਾਂਤੀ ਮੌਨ ਧਾਰੀ ਹੋ ਕੇ ਬਹਿ ਜਾਂਦਾ ਹੈ। ਅੰਦਰ ਦੀ ਕਲਪਨਾ ਤਾਂ ਮਿਟਦੀ ਨਹੀਂ ਕਿਸੇ ਖਿਣ ਵੀ। ਤਾਂ ਇਹਨਾਂ ਮੌਨ ਸਾਧਨੀਆਂ ਬਗਲ ਸਮਾਧੀਆਂ ਦਾ ਕੀ ਅਰਥ? ਐਵੇਂ ਬੇਫਾਇਦਾ ਹੀ ਹਨ। ਉਦਾਸੀ ਭੇਖ ਧਾਰ ਕੇ ਘਰ-ਬਾਰ ਨੂੰ ਤਜ ਕੇ ਜਿਹੜੇ ਘਰੋਂ ਬਾਹਰ ਨੱਸੇ ਫਿਰਦੇ ਹਨ, ਨਸਿਆਂ ਭੱਜਿਆਂ ਘਰ-ਬਾਰ ਦੀਆਂ ਕੁਟੰਬੀ ਆਸਾਂ ਤ੍ਰਿਸ਼ਨਾਵਾਂ ਛੁੱਟਦੀਆਂ ਨਹੀਂ। ਐਸਾ ਉਦਾਸ ਵੀ ਨਿਰਾ ਪਖੰਡ ਹੀ ਹੋਇਆ। ਪਰਮਾਰਥ ਦੇ ਮੁਤਲਾਸ਼ੀ ਦੀ ਕਿਸੇ ਵੀ ਭੇਖਾਧਾਰੀ ਪਾਸੋਂ ਨਿਸ਼ਾ ਨਹੀਂ ਹੋ ਸਕਦੀ। ਉਹ ਆਪਣੇ ਦਿਲ ਦੇ ਮਰਮ ਨੂੰ ਆਖੇ ਤਾਂ ਕਿਹਦੇ ਪਾਸ ਆਖੇ? ਕੋਈ ਮਹਿਰਮ ਰਾਜ਼ ਨਹੀਂ ਜੋ ਦਿਲ ਦੀਆਂ ਤਰਬਾਂ ਪਛਾਣੇ, ਮਰਜ਼ ਦੀਆਂ ਨਬਜ਼ਾਂ ਨੂੰ ਜਾਣੇ, ਆਪ ਮੁਕਤ ਹੋਵੇ ਤੇ ਖੁਦ ਵਾਹਿਗੁਰੂ ਨਾਲ ਮਿਲਿਆ ਹੋਇਆ ਹੋਵੇ ਅਤੇ ਮੁਤਲਾਸ਼ੀ ਨੂੰ ਮਿਲਾਉਣ ਦੀ ਸਮਰੱਥਾ ਰੱਖਦਾ ਹੋਵੇ। ਐਸਾ ਜੀਵਨ ਮੁਕਤ ਸੱਚਾ ਸਾਧੂ ਆਨਮਤ ਦੇ ਭੇਖਾਂ ਵਿੱਚ ਉੱਕਾ ਹੀ ਨਹੀਂ ਦਿਸਦਾ ਲੱਭਦਾ, ਢੂੰਡੇ ਤੋਂ ਵੀ ਨਹੀਂ ਲੱਭਦਾ। ਆਨਮਤਾਂ ਅੰਦਰ ਜਿੱਧਰ ਦੇਖੋ ਪਖੰਡ ਹੀ ਪਖੰਡ ਹੈ। ਤਪਸੀ ਹੋਣ ਦਾ ਡਿੰਬ ਪਖੰਡ ਧਾਰ ਕੇ ਤਪਸੀ ਹੋਣ ਕਰ ਦੇਹੀ ਬਹੁਬਿਦ ਕਰਕੇ ਸਾਧੀ, ਪਰ ਇਸ ਦੇਹੀ ਦੀ ਸਾਧਨਾ ਦੁਆਰਾ ਮਨ ਨਾ ਸਾਧਿਆ ਗਿਆ, ਮਨ ਵਸ ਹੀ ਨਾ ਆਇਆ, ਦਹਿਦਸ ਧਾਮ ਦਾ ਹੀ ਰਿਹਾ।
ਉਹ ਕਾਦੀ ਤਪੱਸਿਆ ਹੈ, ਨਿਰੀ ਪਖੰਡ ਤਪੱਸਿਆ ਹੀ ਹੋਈ ਨਾ। ਬ੍ਰਹਮਚਾਰੀ ਹੋਏ ਕੇ ਪਖੰਡ ਬ੍ਰਹਮਚਰਜ ਧਾਰਨ ਕੀਤਾ, ਪਰ ਬਣਿਆ ਕੁਝ ਨਾ। ਹਿਰਦੇ ਅੰਦਰ ਬ੍ਰਹਮਚਾਰੀ ਬਣ ਜਾਣ ਦਾ ਅਭਿਮਾਨ ਗੁਮਾਨ ਹੀ ਵਸਿਆ, ਪਰ ਸਹੁਰਿਆ ਕੁਝ ਨਾ। ਐਸੇ ਪਖੰਡ ਬ੍ਰਹਮਚਰਜ ਤੋਂ ਕੀ ਲਾਭ? ਕੁਝ ਵੀ ਨਹੀਂ। ਸੰਨਿਆਸ ਭੇਖ ਧਾਰ ਕੇ ਸੰਨਿਆਸੀ ਬਣਿਆ ਅਤੇ ਸੰਨਿਆਸੀ ਬਣ ਕੇ ਤੀਰਥਾਂ ਤੇ ਹੀ ਭਰਮਦਾ ਟੱਕਰਾਂ ਮਾਰਦਾ ਫਿਰਿਆ। ਸਗੋਂ ਕ੍ਰੋਧ ਬੇਗਾਨਾ ਅੰਦਰ ਆ ਵੜਿਆ। ਬਾਹਰ ਦੇ ਭੇਖ ਸੰਨਿਆਸਾਂ ਤੋਂ ਬਾਹਰ ਦਾ ਕ੍ਰੋਧ ਅੰਦਰ ਆ ਘੁਸਿਆ। ਆਪ ਲਾਇਆ ਨਹੀਂ ਸੀ, ਆਪ ਨਹੀਂ ਸੀ ਸਹੇੜਿਆ, ਬੇਗਾਨਿਆਂ ਦੇ ਕ੍ਰੋਧ ਦਾ ਅਸਰ ਉਸ ਤੇ ਪੈ ਗਿਆ, ਤਾਂ ਇਹ ਕਾਹਦਾ ਸੰਨਿਆਸ ਹੋਇਆ? ਸੱਚਾ ਸੰਨਿਆਸੀ ਉਹ ਹੈ ਜਿਸ ਨੇ ਦੁਨੀਆ ਦਾ ਕ੍ਰੋਧ ਵੀ ਮਿਟਾਉਣਾ ਸੀ ਅਤੇ ਖੁਦ ਸ਼ਾਂਤ ਹੋ ਜਾਣਾ ਸੀ। ਅੰਦਰ ਸ਼ਾਂਤ ਨਹੀਂ ਆਉਂਦੀ ਬਾਹਰ ਦੇ ਭੇਖ ਸੰਨਿਆਸ ਨਾਲ, ਸਗੋਂ ਅੰਦਰ ਤਾਮਸ ਆ ਵੜਦੀ ਹੈ ਤੀਰਥਾਂ ਤੇ ਭੁੱਖਣ ਭਾਣੇ ਘੁੰਮਦਿਆਂ ਫਿਰਦਿਆਂ। ਰੋਟੀਆਂ ਦੇ ਕਾਰਨ ਪੈਰਾਂ ਵਿੱਚ ਘੁੰਗਰੂ ਪਾ ਕੇ ਨਾਚੇ ਟਾਪੇ ਭੇਖ ਵਾਲੇ ਭਗਤੀਏ ਬਣ ਬੈਠੇ। ਇਸ ਭੇਖ ਤੋਂ ਵੀ ਕੁਝ ਨਾ ਸਰਿਆ, ਪਰ ਮਾਰਤ ਤਾਂ ਲਾਂਭੇ ਹੀ ਰਹਿ ਗਿਆ। ਵਰਤ ਨੇਮ ਖਟ ਕਰਮਾਂ ਵਾਲੇ ਬਾਹਰ ਦਿਖਾਵੇ ਦੇ ਭੇਖ ਕਰਿਆਂ ਵੀ ਕੁਛ ਨਾ ਬਣਿਆ, ਪਖੰਡ ਹੀ ਪੱਲੇ ਰਹਿ ਗਿਆ। ਫੇਰ ਗੀਤ ਨਾਦ ਰਾਗ ਮੁੱਖੋਂ ਅਲਾਪੇ, ਪਰ ਅੰਦਰਲਾ ਅਲਾਪ ਨਾਮ ਦਾ ਜਾਪ ਨਾ ਛਿੜਿਆ, ਤਾਂ ਐਸੇ ਡਿੰਬ ਰੂਪ ਰਾਗ ਰਾਗਨੀ ਦਾ ਕੀ ਲਾਭ? ਹਰਖ ਸੋਗ ਲੋਭ ਮੋਹ ਤੋਂ ਰਹਿਤ ਅਤੀਤ ਬੈਰਾਗੀ ਸਚੜੇ ਸੰਤ ਭਗਤ ਸਿਫਤ ਸਲਾਹੀ ਗੁਰਮੁਖ ਜਨ ਤਾਂ ਗੁਰੂ ਘਰ ਵਿਖੇ ਉਤਪੰਨ ਹੋਏ ਹਨ। ਇੱਥੇ ਹੀ ਲੱਭਦੇ ਹਨ। ਵਾਹਿਗੁਰੂ ਦੀ ਦਇਆ ਮਇਆ ਹੋਵੇ ਤਾਂ ਅਜਿਹੇ ਸੰਤਾਂ ਭਗਤਾਂ ਦੀ ਚਰਨ ਧੂੜੀ ਲੱਭੇ। ਗੁਰ ਸਤਿਗੁਰ ਪੂਰਾ ਗੁਰੂ ਨਾਨਕ ਨਿਰੰਕਾਰੀ ਮਿਲੇ ਤਾਂ ਸਾਰੀ ਚਿੰਤਾ ਦੂਰ ਹੁੰਦੀ ਹੈ। ਨਹੀਂ ਤਾਂ ਬਾਹਰ ਦੇ ਆਨਮਤ ਪਖੰਡ ਭੇਖਾਂ ਦੀ ਪੜਤਾਲ ਕੀਤਿਆਂ ਤਾਂ ਨਿਰੀ ਨਿਰਾਸਤਾ ਹੀ ਨਿਰਾਸਤਾ ਪੱਲੇ ਪੈਂਦੀ ਹੈ। ਅੰਦਰ ਦੀਆਂ ਜਾਣਨ ਵਾਲਾ ਪ੍ਰੀਤਮ ਵਾਹਿਗੁਰੂ ਗੁਰੂ ਮਾਲਕ ਦੀ ਕਿਰਪਾ ਨਾਲ ਗੁਰ ਸ਼ਬਦ ਕਮਾਇਆ ਜਾ ਕੇ ਅੰਦਰ ਹੀ ਆ ਮਿਲਦਾ ਹੈ, ਤਾਂ ਸਾਰੇ ਹੀ ਬਕਬਾਦੀ ਭੇਖਾਂ ਦੀ ਢੂੰਡ ਪੜਤਾਲ ਵਾਲੀ ਨਿਰਾਸਤਾ ਵਿਸਰ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਅਗਲੇ ਗੁਰਵਾਕ ਅੰਦਰ ਆਨਮਤ ਪਾਖੰਡ ਕਰਮਾਂ ਦੀ ਖੁੱਲੀ ਨਿਖੇਧੀ ਹੈ। ਯਥਾ ਗੁਰਵਾਕ ਮਾਰੂ ਮਹੱਲਾ ਪਹਿਲਾ। ਮਨਮੁਖ ਲਹਿਰ ਘਰ ਤਜ ਵਿਗੂਚੈ, ਅਵਰਾਂ ਕੇ ਘਰ ਹੇਰੈ, ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ, ਦੁਰਮਤ ਘੂਮਨ ਘੇਰੈ, ਦਸੰਤਰ ਭਵੈ ਪਾਠ ਪੜ ਥਾਕਾ, ਤ੍ਰਿਸ਼ਨਾ ਹੋਏ ਵਧੇਰੈ, ਕਾਚੀ ਪਿੰਡੀ ਸ਼ਬਦ ਨਾ ਚੀਨੈ, ਉਦਰ ਭਰੈ ਜੈਸੇ ਢੋਰੈ। ਬਾਬਾ ਐਸੀ ਰਵਤ ਰਵੈ ਸੰਨਿਆਸੀ, ਗੁਰ ਕੈ ਸ਼ਬਦ ਏਕ ਲਿਵ ਲਾਗੀ, ਤੇਰਾ ਨਾਮ ਰਤੇ ਤ੍ਰਿਪਤਾਸੀ। ਰਹਾਓ ਕੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭੇਖਾਰੀ, ਕਾਪੜ ਫਾਰ ਬਨਾਈ ਖਿੰਥਾ, ਝੋਲੀ ਮਾਇਆ ਧਾਰੀ, ਘਰ ਘਰ ਮੰਗੈ ਜਗ ਪਰ ਬੋਧੈ, ਮਨ ਅੰਧੈ ਪਤਹਾਰੀ, ਭਰਮ ਭੁਲਾਣਾ ਸ਼ਬਦ ਨ ਚੀਨੈ, ਜੂਐ ਬਾਜੀ ਹਾਰੀ। ਅੰਤਰ ਅਗਨ ਨ ਗੁਰ ਬਿਨ ਬੂਝੈ, ਬਾਹਰ ਪੂਅਰ ਤਾਪੈ, ਗੁਰ ਸੇਵਾ ਬਿਨ ਭਗਤ ਨ ਹੋਵੀ, ਕਿਉ ਕਰ ਚੀਨਸ ਆਪੈ। ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਮ ਜਾਪੈ, 68 ਤੀਰਥ ਭਰਮ ਵਿਗੂਚੈ, ਕਿਉ ਮਲ ਧੋਪੈ ਪਾਪੈ। ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਏਕ ਨ ਜਾਣੈ, ਸਾਚ ਕਹੇ ਤੇ ਛੋ ਹੈ। ਪਾਠ ਪੜੈ ਮੁਖ ਝੂਠੋ ਬੋਲੈ, ਨਿਗੁਰੇ ਕੀਮਤ ਉਹ ਹੈ, ਨਾਮ ਨ ਜਪਈ ਕਿਉ ਸੁਖ ਪਾਵੈ, ਬਿਨ ਨਾਮੈ ਕਿਉ ਸੋ ਹੈ। ਮੂੰਡ ਮੁੰਡਾਏ ਜਟਾ ਸਿਖ ਬਾਧੀ, ਮੋਨ ਰਹਿ ਅਭਿਮਾਨਾ, ਮਨੁਆ ਡੋਲੈ ਦਹਿ ਦਿਸ ਧਾਵੈ, ਬਿਨ ਰਤ ਆਤਮ ਗਿਆਨਾ, ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਮਾਇਆ ਕਾ ਦੇਵਾਨਾ, ਕਿਰਤ ਨ ਮਿਟਈ ਹੁਕਮ ਨ ਬੂਝੈ, ਪਸੂਆ ਮਾਹੇ ਸਮਾਨਾ। ਹਾਥ ਕਮੰਡਲ ਕਾਪੜ ਯਾ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨ ਚੀਨੈ, ਲੰਪਟ ਹੈ ਬਾਜਾਰੀ, ਅੰਤਰ ਬਿਖ ਬਾਹਰ ਨਿਭਰਾਤੀ, ਤਾਂ ਜਮ ਕਰੇ ਖੁਆਰੀ। ਸੋ ਸੰਨਿਆਸੀ ਜੋ ਸਤਿਗੁਰ ਸੇਵੈ, ਵਿੱਚੋਂ ਆਪ ਗਵਾਏ, ਛਾਦਨ ਭੋਜਨ ਕੀ ਆਸ ਨ ਕਰਈ, ਅਚਿੰਤ ਮਿਲੈ ਸੋ ਪਾਏ, ਬਕੈ ਨ ਬੋਲੈ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ, ਧਨ ਗਿਰਹੀ ਸੰਨਿਆਸੀ ਜੋਗੀ, ਜੇ ਹਰ ਚਰਣੀ ਚਿਤ ਲਾਏ। ਆਸ ਨਿਰਾਸ ਰਹਿ ਸੰਨਿਆਸੀ, ਏਕ ਸਿਉ ਲਿਵ ਲਾਏ, ਹਰ ਰਸ ਪੀਵੈ ਤਾਂ ਸ਼ਾਂਤ ਆਵੈ, ਨਿਜ ਘਰ ਤਾੜੀ ਲਾਏ, ਮਨੁਆ ਨ ਡੋਲੈ ਗੁਰਮੁਖ ਬੂਝੈ, ਧਾਵਤ ਵਰਜ ਰਹਾਏ, ਗ੍ਰਹ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ।
ब्रह्मा बिशन महेश श्रेष्ठ नाम रते विचारी खानी बाणी गगन पताली जनता जोत तुम्हारी सब सुख मुक्त नाम धुन बाणी सच नाम उरधारी नाम बिना नहीं छूटस नानक साची तरतु तारी। व्याख्या गुरमत ਤੋਂ ਹੀਣਾ ਆਨਮਤ ਗਰਸੀਣਾ ਮਨਮੁਖ ਪਖੰਡੀ ਪੁਰਸ਼ ਆਪਣੇ ਮਨ ਦੇ ਕਿਸੇ ਉਬਾਲੇ ਦੇ ਪਿੱਛੇ ਲੱਗ ਕੇ ਗਧੇ ਵੈਰਾਗੀ ਦੀ ਹਿੜਬਿਸੀ ਲਹਿਰ ਮਨ ਵਿੱਚ ਉੱਠਣ ਕਰ ਆਪਣੇ ਘਰ ਨੂੰ ਗ੍ਰਸਤ ਆਸ਼ਰਮ ਨੂੰ ਤਜ ਕੇ ਪਿਆ ਵਿਗੁਚਦਾ ਖੱਜਲ ਖੁਆਰ ਹੋਇਆ ਫਿਰਦਾ ਹੈ ਅਤੇ ਪਰਾਇਆਂ ਘਰਾਂ ਵੱਲ ਤੱਕਦਾ ਹੈ। ਗ੍ਰਸਤ ਆਸ਼ਰਮ ਦਾ ਨਿਭਾਉਣਾ ਜੋ ਉਸ ਦਾ ਧਰਮ ਸੀ ਉਸ ਨੂੰ ਗਵਾ ਲੈਂਦਾ ਹੈ ਅਤੇ ਛੱਡ ਬੈਂਦਾ ਹੈ। ਸੱਚਾ ਸਤਿਗੁਰ ਨਾ ਭੇਟਣ ਕਰਕੇ ਗੁਰੂ ਘਰ ਦੇ ਗ੍ਰਸਤ ਦ੍ਰਿੜਮੀ ਅਸੂਲਾਂ ਤੋਂ ਹੀਣਾ ਹੋ ਜਾਂਦਾ ਹੈ। ਗ੍ਰਸਤ ਆਸ਼ਰਮ ਦੇ ਧਰਮ ਦੇ ਮਹੱਤ ਨੂੰ ਨਹੀਂ ਚੀਂਦਾ, ਆਨਮਤ ਗ੍ਰਸੀ ਦੁਰਮਤ ਬੁੱਧੀ ਦੀਆਂ ਘੁੰਮਣ ਘੇਰੀਆਂ ਵਿੱਚ ਪਿਆ ਰਹਿੰਦਾ ਹੈ ਅਤੇ ਆਨਮਤ ਭੇਖਾਂ ਵਿੱਚ ਭਰਮ ਚੋਟਾਂ ਖਾਂਦਾ ਹੈ। ਦੇਸਾਂ ਪਰਦੇਸਾਂ ਵਿੱਚ ਭੌਂਦਾ ਫਿਰਦਾ ਹੈ। ਜਿਉਂ-ਜਿਉਂ ਭੌਂਦਾ ਹੈ ਤਿਉਂ-ਤਿਉਂ ਉਸ ਦੀ ਤ੍ਰਿਸ਼ਨਾ ਹੋਰ ਵਧੇਰੇ ਵੱਧਦੀ ਜਾਂਦੀ ਹੈ। ਆਨਮਤ ਧਰਮ ਪੁਸਤਕਾਂ ਦੇ ਬਥੇਰੇ ਪਾਠ ਪੜ੍ਹ ਥੱਕ ਰਿਹਾ, ਇਹ ਤ੍ਰਿਸ਼ਨਾ ਮਿਟਦੀ ਨਹੀਂ। ਇਸ ਅਸਥਿਰ ਨਾ ਰਹਿਣ ਵਾਲੇ ਸਰੀਰ ਦੇ ਕੱਚੇ ਭਾਂਡੇ ਵਾਲਾ ਹੋ ਕੇ ਇਹ ਨਹੀਂ ਵਿਚਾਰਦਾ ਕਿ ਇਸ ਸਰੀਰ ਰੂਪੀ ਕੱਚੇ ਭਾਂਡੇ ਨੂੰ ਭਜਦਿਆਂ ਇੱਕ ਠੁਣਕਾ ਨਹੀਂ ਲੱਗਦਾ। ਇਸ ਮਨੁੱਖ ਜਨਮ ਜਾਮੇ ਦਾ ਲਾਹਾ ਲੈ ਲਈਏ, ਇਸ ਲਾਹੇ ਦਾ ਉਸ ਨੂੰ ਖਿਆਲ ਹੀ ਨਹੀਂ ਉਪਜਦਾ। ਉਪਜੇ ਤਾਂ ਜੇ ਗੁਰ ਸ਼ਬਦ ਦੀ ਦੀਖਿਆ ਪ੍ਰਾਪਤ ਹੋਵੇ, ਗੁਰ ਸ਼ਬਦ ਤਾਂ ਚੀਨੇ ਜੇ ਗੁਰੂ ਘਰ ਦਾ ਦੁਆਰਾ ਉਸ ਨੂੰ ਮਿਲਿਆ ਹੋਵੇ, ਮਿਲ ਕੇ ਸੱਚਾ ਸਤਿਗੁਰ ਉਸਨੇ ਭੇਟਿਆ ਹੋਵੇ। ਗੁਰ ਸ਼ਬਦ ਚੀਨੇ ਬਿਨਾ ਭੰਬਲ ਭੂਸੇ ਖਾਂਦਾ ਹੈ, ਪਰਾਏ ਘਰੀ ਆਨਮਤਾਂ ਦੇ ਦਰੀ ਟੱਕਰਾਂ ਮਾਰਦਾ ਰਹਿੰਦਾ ਹੈ। ਆਪਣੇ ਕਲਿਆਣ ਨਿਸਤਾਰੇ ਦੀ ਉਸ ਨੂੰ ਸੂਝ-ਬੂਝ ਹੀ ਨਹੀਂ ਆਉਂਦੀ। ਢੋਰਾਂ ਪਸ਼ੂਆਂ ਵਾਂਗੂ ਉਦਰ ਪੂਰਨਾ ਕਰਦਾ ਹੈ, ਢਿੱਡ ਭਰਨ ਵਿੱਚ ਔਧ ਵਿਹਾਜਦੀ ਹੈ। ਪਸ਼ੂ ਦਾ ਤੇ ਉਸ ਮਨਮੁਖੀ ਮਨੁੱਖ ਦਾ ਕੀ ਫਰਕ ਹੋਇਆ? ਇਹ ਕੋਈ ਸੰਨਿਆਸ ਹੈ? ਖਾਕ ਧੂੜ ਪਵੇ ਐਸੇ ਸੰਨਿਆਸ ਉੱਤੇ। ਸੰਨਿਆਸੀ ਬਣੇ ਤਾਂ ਸੱਚੇ ਸੰਨਿਆਸ ਦੀ ਸੱਚੀ ਰਵਸ਼ ਧਾਰਨ ਕਰੇ, ਸੱਚੀ ਗੁਰਮਤ ਸੰਨਿਆਸ ਮਤ ਉੱਤੇ ਚੱਲੇ, ਐਸੀ ਰਵਤ ਰਵੇ ਜੈਸੀ ਅੱਗੇ ਦੱਸਦੇ ਹਨ। ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ। ਬਸ ਐਸਾ ਸੰਨਿਆਸੀ ਬਣੇ, ਐਸੀ ਸੱਚੜੀ ਸੰਨਿਆਸ ਧਾਰਨ ਧਾਰੇ, ਰਵਤ ਰਵਾਏ। ਗੁਰ ਕੇ ਸ਼ਬਦ ਗੁਰ ਮੰਤਰ ਦੀਆਂ ਅਭਿਆਸ ਕਮਾਈਆਂ ਕਰ ਕਰ ਇੱਕ ਵਾਹਿਗੁਰੂ ਨਾਲ ਹੀ ਲਿਵ ਲਾਈ ਰੱਖੇ ਅਤੇ ਹਰਦਮ ਹਰ ਨਫਸ ਵਾਹਿਗੁਰੂ ਨਾਮ ਦੇ ਨਾਲ ਹੀ ਰਵਿਆ ਰਵੇ। ਨਾਮ ਰਸ ਵਿੱਚ ਰਤਿਆਂ ਹੀ ਸੱਚਾ ਰੱਜ ਆਉਂਦਾ ਹੈ, ਸੱਚੀ ਤ੍ਰਿਪਤੀ ਹੁੰਦੀ ਹੈ। ਇਸ ਤ੍ਰਿਪਤਾਸੀ ਬਿਰਤ ਉਦਾਸੀ ਬਿਨਾ ਸੰਨਿਆਸ ਕੈਸਾ? ਸੰਨਿਆਸੀ ਸਦਵਾ ਹੀ ਨਹੀਂ ਸਕਦਾ। ਭੇਖ ਉਦਾਸੀ ਕਰ ਮਹਿਜ਼ ਉੱਪਰੋਂ ਭੇਖ ਦਾ ਡਿੰਬ ਧਾਰਿਆਂ ਸੱਚਾ ਸੰਨਿਆਸੀ ਨਹੀਂ ਬਣ ਸਕਦਾ। ਜਦ ਤਾਈਂ ਮਨ ਤ੍ਰਿਸ਼ਨਾਲੂ ਹੈ, ਘਰ ਘਰ ਡੋਲਦਾ ਹੈ, ਸੱਚਾ ਵਿਰਾਗ ਤਿਆਗ ਨਹੀਂ ਉਪਜਦਾ, ਤਦ ਤਾਈਂ ਸੰਨਿਆਸ ਦਾ ਸੱਚਾ ਮਾਰਗ ਪ੍ਰਾਪਤ ਹੀ ਨਹੀਂ ਹੁੰਦਾ। ਗੁਰ ਸ਼ਬਦ ਵਿਖੇ ਸੱਚੜੀ ਲਿਵ ਲੱਗੀ ਬਿਨਾ ਤਿਆਗ ਵਿਰਾਗ ਕਿੱਥੇ? ਸੱਚੜੇ ਸੰਨਿਆਸ ਨਾਮ ਵਿੱਚ ਰੱਤੇ ਬਿਨਾ ਤ੍ਰਿਪਤਾਸ ਕਿੱਥੇ? ਗੇਰੂ ਘੋਲ ਕੇ ਕੱਪੜਿਆਂ ਤੇ ਰੰਗ ਚੜਾ ਲਿਆ ਅਤੇ ਗੇਰੂ ਰੰਗੇ ਵਸਤਰ ਪਹਿਨ ਕੇ ਭਿਖਾਰੀਆਂ ਵਾਲਾ ਭੇਖ ਧਾਰਨ ਕਰ ਲਿਆ। ਸੰਨਿਆਸੀ ਭੇਖ ਦਿਖਾਉਣ ਲਈ ਸਾਰੇ ਕੱਪੜੇ ਫਾੜ ਉਤਾਰ ਕੇ ਇੱਕੋ ਕਫਨੀ ਪਹਿਨ ਲਈ ਅਤੇ ਮਾਇਆ ਧਾਰੀਆਂ ਵਾਂਗੂ ਝੋਲੀ ਅੱਡ ਕੇ ਦਰ ਬਦਰ ਮੰਗਣ ਚੜ ਪਿਆ। ਘਰ ਘਰ ਦਾ ਮੰਗਤਾ ਹੋ ਕੇ ਜਗ ਨੂੰ ਪ੍ਰਬੋਧ ਦਾ ਉਪਦੇਸ਼ ਦਾ ਫਿਰਦਾ ਹੈ। ਇਹ ਭੇਖ ਸੰਨਿਆਸ ਦੂਜਿਆਂ ਦੀ ਕੀ ਕਲਿਆਣ ਕਰ ਸਕਦਾ ਹੈ? ਭੇਖ ਧਾਰੀ ਦੀ ਤਾਂ ਉਲਟੀ ਗਤ ਬਣਾਉਂਦਾ ਹੈ। ਮਨ ਵਿੱਚ ਤਾਂ ਅਗਿਆਨ ਦਾ ਅੰਧੇਰਾ ਹੀ ਰਹਿੰਦਾ ਹੈ। ਉਸ ਦੀ ਗਤਪਤ ਕਿੱਥੇ? ਉਸ ਦੀ ਉਸ ਮਨ ਦੇ ਅੰਧੇ ਦੀ ਇੱਥੇ ਵੀ ਮੱਤ ਮਾਰੀ ਗਈ ਅਤੇ ਅੱਗੇ ਜਾ ਕੇ ਪਤ ਹਾਰੀ ਗਈ। ਅਗਿਆਨ ਭਰਮ ਵਿੱਚ ਹੀ ਸਾਰੀ ਉਮਰ ਭੁੱਲਿਆ ਫਿਰਦਾ ਰਿਹਾ। ਬਹੁਤੀ ਸਿਆਣਪ ਚਤੁਰਾਈ ਨੇ ਉਸ ਨੂੰ ਸੱਚੀ ਕਲਿਆਣ ਦੇ ਦਾਤੇ ਗੁਰ ਸ਼ਬਦ ਵੱਲ ਆਉਣ ਹੀ ਨਹੀਂ ਦਿੱਤਾ, ਨਾ ਹੀ ਉਸ ਨੂੰ ਸ਼ਬਦ ਚੀਨਣ ਦੀ ਸੋਝੀ ਪਈ। ਬਸ ਜੂਏ ਦੀ ਭਰਮ ਭੁਲਾਉਣੀ ਖੇਡ ਵਿੱਚ ਜਨਮ ਗਵਾ ਦਿੱਤਾ। ਮਨੁੱਖਾ ਜਨਮ ਦੀ ਵਾਰੀ ਵਾਲੀ ਬਾਜੀ ਹਾਰੀ ਗਈ। ਬਾਜੀ ਹਾਰ ਕੇ ਦੋਹੀਂ ਹੱਥੀਂ ਖਾਲੀ ਹੀ ਅਗਾਂਹ ਨੂੰ ਤੁਰ ਗਿਆ। ਸਾਰੀ ਆਯੂ ਪ੍ਰਯੰਤ ਤ੍ਰਿਸ਼ਨਾ ਦੀ ਅਗਨੀ ਵਿੱਚ ਹੀ ਦਗਧ ਹੁੰਦਾ ਰਿਹਾ। ਮਾਇਆ ਦੀ ਤ੍ਰਿਸ਼ਨਾ ਖਾਤਰ ਧੂਣੀਆਂ ਰਮਾਉਂਦਾ ਰਿਹਾ। ਧੂਣੀਆਂ ਬਥੇਰੀਆਂ ਤਾਪੀਆਂ, ਪਰੰਤੂ ਇਹ ਤ੍ਰਿਸ਼ਨਾ ਨਾ ਹੀ ਬੁੱਝੀ। ਸੱਚੇ ਸਤਿਗੁਰੂ ਦੀ ਸ਼ਰਨ ਆਇਆ ਬਿਨਾ
ਕਿਵੇਂ ਬੁੱਝ ਸਕਦੀ ਹੈ ਇਹ ਤ੍ਰਿਸ਼ਨਾ? ਤਾਂ ਤੇ ਸਾਰੇ ਹੀ ਇਸ ਸੰਨਿਆਸੀ ਭੇਖ ਵਾਲੇ ਹਜ਼ਾਰਾਂ ਲੱਖਾਂ ਭੇਖਾ ਧਾਰੀ ਨਿਗੁਰੇ ਹੀ ਮਰ ਜਾਣਗੇ ਅਤੇ ਨਿਗੱਤੇ ਹੀ ਜਾਣਗੇ। ਪੂਰਾਂ ਦੇ ਪੂਰ ਨਿਗੁਰੇ ਨਿਗੱਤੇ ਹੀ ਮਰ ਗਏ, ਮਰ ਰਹੇ ਹਨ ਅਤੇ ਅਗਾਹਾਂ ਨੂੰ ਮਰਨਗੇ। ਜਦ ਤਾਈਂ ਸਤਿਗੁਰੂ ਦੀ ਸ਼ਰਨ ਨਹੀਂ ਆਉਂਦੇ, ਤਦ ਤਾਈਂ 84 ਦੇ ਗੇੜ ਵਿੱਚ ਪਏ ਹੀ ਚੋਟਾਂ ਖਾਂਦੇ ਮਰਨਗੇ। ਗੁਰੂ ਕਾ ਸਿੱਖ ਸੇਵਕ ਬਣੇ ਬਿਨਾਂ ਅਤੇ ਗੁਰੂ ਘਰ ਦੇ ਗੁਰੂ ਸਰੂਪ ਪੰਜਾਂ ਪਿਆਰਿਆਂ ਸ੍ਰੇਸ਼ਟ ਸੰਤ ਜਨਾਂ ਤੋਂ ਗੁਰ ਦੀਖਿਆ ਲਏ ਬਿਨਾਂ ਨਾਮ ਦੀਖਿਆ ਨਹੀਂ ਮਿਲਦੀ। ਗੁਰਮੰਤਰ ਨਾਮ ਦੀਖਿਆ ਵਾਲੀ ਭਗਤੀ ਨਹੀਂ ਹੁੰਦੀ। ਨਾ ਭਗਤੀ ਦਰਗਾਹੇ ਪ੍ਰਵਾਨ ਪੈਂਦੀ ਹੈ ਅਤੇ ਨਾ ਹੀ ਪਰਮਾਤਮ ਜੋਤ ਸਰੂਪ ਆਪਾ ਚੀਨਿਆ ਜਾਂਦਾ ਹੈ। ਆਤਮ ਸਰੂਪ ਦੀ ਸੋਝੀ ਹੀ ਨਹੀਂ ਪੈਂਦੀ, ਸਗੋਂ ਗੁਰੂ ਘਰ ਦੇ ਸਵਾਰੇ ਸੁਹਾਗਵੰਤੇ ਗੁਰਮੁਖ ਜਗਿਆਸੂਆਂ ਸੱਚੇ ਸੰਨਿਆਸੀਆਂ ਨੂੰ ਦੇਖ-ਦੇਖ ਕੇ ਭੇਖਧਾਰੀ ਸੰਨਿਆਸੀ ਦੇ ਅੰਦਰ ਖਾਤੇ ਈਰਖਾ ਕ੍ਰੋਧ ਦੀ ਅਗਨੀ ਭੜਕ ਉੱਠਦੀ ਹੈ। ਈਰਖਾ ਦੀ ਅਗਨੀ ਆਤਸ਼ ਨਾਲ ਸੜ-ਸੜ ਮਰਦੇ ਹਨ। ਇਹ ਈਰਖਾਮਈ ਅਗਨੀ ਉਹਨਾਂ ਨੂੰ ਆਪਣੇ ਅੰਤਰਗਤ ਲੱਗੀ ਹੋਈ ਭੜਕਦੀ ਹੋਈ ਸਾਫ਼ ਜਾਪਦੀ ਦਿਖਾਈ ਦਿੰਦੀ ਹੈ। ਫੇਰ ਵੀ ਗੁਰਮੁਖਾਂ ਦੀ ਨਿੰਦਾ ਕਰਨੋਂ ਨਹੀਂ ਟਲਦੇ। ਇਸ ਈਰਖਾ ਦਵੈਸ਼ ਕਰਕੇ ਹੀ ਨਿੰਦਿਆ ਕਰਦੇ ਹਨ। ਜਿਵੇਂ ਸਿੱਧਾਂ ਜੋਗੀਆਂ ਦੀ ਈਰਖਾ ਅਗਨੀ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਭੜਕੀ ਸੀ ਅਤੇ ਬੁਝਾਈ ਨਹੀਂ ਸੀ ਬੁਝਦੀ। ਆਪਣੇ ਅੰਦਰ ਲੱਗੀ ਅਗਨੀ ਤਾਂ ਬੁਝਾਉਂਦੇ ਨਹੀਂ, ਨਿੰਦਾ ਕਰ ਕਰ ਈਰਖਾ ਦੀਆਂ ਹਵਾੜਾਂ ਕੱਢਦੇ ਹਨ ਅਤੇ ਨਰਕਾਂ ਦੇ ਭਾਗੀ ਬਣਦੇ ਹਨ। ਨਿੰਦਾ ਕਰ ਕਰ ਨਰਕ ਨਿਵਾਸੀ ਹੋਣ ਦੀ ਸਜ਼ਾ ਅੱਗੇ ਪਾਉਂਦੇ ਹਨ। ਗੁਰਮੁਖਾਂ ਗੁਰੂ ਸਵਾਰਿਆਂ ਦੀ ਨਿੰਦਿਆ ਕੀਤੀ ਹੋਈ ਕਦੇ ਉਤਰਦੀ ਨਹੀਂ, ਪਰ ਭੇਖ ਪਖੰਡ ਦੀ ਸੋਧਨਾ ਕਰਨੀ ਹਰਗਿਜ਼ ਨਿੰਦਾ ਨਹੀਂ। ਭੇਖਧਾਰੀਆਂ ਪਖੰਡੀਆਂ ਦੇ ਭਾਗ ਬੜੇ ਹੀ ਮਾੜੇ ਹਨ, ਜੋ ਗੁਰੂ ਨਾਨਕ ਦੀ ਸੋਧਨਾ ਨਾਲ ਵੀ ਨਹੀਂ ਸੁਧਰਦੇ, ਸਗੋਂ ਉਲਟੇ ਗੁਰਨਿੰਦਕ ਬਣਦੇ ਹਨ। ਇਸ ਨਿੰਦਾ ਰੂਪੀ ਪਾਪ ਦੀ ਮੈਲ ਕਦੇ ਉਤਰਦੀ ਨਹੀਂ, ਭਾਵੇਂ 68 ਤੀਰਥਾਂ ਤੇ ਜਾ ਕੇ ਨਹਾਉਂਦੇ ਫਿਰਨ। ਇਹਨਾਂ ਆਨਮਤੀ 68 ਤੀਰਥਾਂ ਦਾ ਨਹਾਉਣਾ ਵੀ ਨਿਰਾ ਭਰਮ ਕਰਮ ਹੈ, ਭਰਮ ਭਰਿਆ ਨਿਹਫਲ ਕਰਮ ਹੈ। ਇਸ ਭਰਮ ਕਰਮ ਦੁਆਰਾ ਢੋਈ ਨਹੀਂ ਮਿਲਦੀ ਕਿਸੇ ਨੂੰ ਵੀ। ਨਾ ਹੀ ਸੰਨਿਆਸੀਆਂ ਜੋਗੀਆਂ ਦੀ 68 ਤੀਰਥ ਨਹਾਉਣ ਭਰਮ ਕਰਮ ਦੁਆਰਾ ਕਦੇ ਗਤ ਕਲਿਆਣ ਹੋਣੀ ਹੈ। ਹੋ ਹੀ ਨਹੀਂ ਸਕਦੀ। ਪਾਪਾਂ ਦੀ ਮੈਲ ਧੋਈ ਹੀ ਨਹੀਂ ਜਾ ਸਕਦੀ। ਫਿਰ ਜਿਹੜੇ ਭੇਖਧਾਰੀ ਆਨਮਤੀ ਖਾਕ ਛਾਣਦੇ ਫਿਰਦੇ ਹਨ ਅਤੇ ਸੁਆਹ ਪਿੰਡੇ ਤੇ ਮਲਦੇ ਹਨ, ਉਹਨਾਂ ਦੇ ਪੱਲੇ ਵੀ ਸੁਆਹ ਹੀ ਪੈਂਦੀ ਹੈ, ਅਰਥਾਤ ਕੁਝ ਪੱਲੇ ਨਹੀਂ ਪੈਂਦਾ। ਉਹਨਾਂ ਦਾ ਵਿਭੂਤੀ ਲਾ ਕੇ ਪਖੰਡ ਕਿਰਿਆ ਕਰਨਾ ਨਿਰਾ ਮਾਇਆ ਦਾ ਮਗ ਜੋਣਾ ਹੀ ਹੈ। ਮਾਇਆ ਕਾਰਨ ਹੀ ਪਖੰਡ ਕਰਦੇ ਹਨ, ਤਾਂ ਤੇ ਇਹ ਕਰਮ ਕਰਤੂਤ ਉਹਨਾਂ ਦਾ ਨਿਰਾ ਮਾਇਆ ਦਾ ਮਾਰਗ ਜੋਣਾ ਹੀ ਹੈ। ਇੱਕ ਵਾਹਿਗੁਰੂ ਦਾ ਗਿਆਨ ਉਹਨਾਂ ਨੂੰ ਹੁੰਦਾ ਹੀ ਨਹੀਂ, ਜੋ ਸਾਰਿਆਂ ਦੇ ਅੰਦਰ ਬਾਹਰ ਵੀ ਪ੍ਰਤੱਖ ਵਰਤ ਰਿਹਾ ਹੁੰਦਾ ਹੈ। ਜੇ ਉਹਨਾਂ ਨੂੰ ਕਿਹਾ ਜਾਏ ਕਿ ਅੰਦਰ ਬਾਹਰ ਇੱਕ ਪਛਾਣਨ ਵਾਲੇ ਸੱਚੇ ਗੁਰਮਤਿ ਮਾਰਗ ਨੂੰ ਗ੍ਰਹਿਣ ਕਰੋ ਤੇ ਪਖੰਡ ਕਿਰਿਆ ਛੱਡੋ, ਤਾਂ ਇਹ ਸੱਚੀ ਗੱਲ ਕਹੇ ਤੇ ਉਹਨਾਂ ਨੂੰ ਸਗੋਂ ਰੋਹ ਤੇ ਗੁੱਸਾ ਆਉਂਦਾ ਹੈ। ਕੈਸੇ ਨਿਕਰਮਣ ਹਨ, ਕੈਸੇ ਅਭਾਗੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਸੱਚਾ ਉਪਦੇਸ਼ ਵੀ ਉਹਨਾਂ ਨੂੰ ਨਹੀਂ ਪਾਉਂਦਾ। ਜਿਸ ਉਪਦੇਸ਼ ਨੂੰ ਸੁਣ ਕੇ ਉਹ ਪਖੰਡ ਕਰਮ ਨੂੰ ਛੱਡਦੇ ਨਹੀਂ, ਸਗੋਂ ਉਲਟੇ ਗੁੱਸੇ ਨਾਲ ਤਾਮ ਤੜੂਕ ਹੋ ਜਾਂਦੇ ਹਨ। ਜਿਹੜਾ ਕੋਈ ਵੀ ਨਿਗੁਰਾ ਪੁਰਸ਼ ਆਨਮਤੀਆ ਹੈ, ਉਹ ਆਪਣੇ ਹੀ ਮਤ ਦੀਆਂ ਧਰਮ ਪੁਸਤਕਾਂ ਨੂੰ ਪੜ੍ਹਦਾ ਹੈ ਤੇ ਪੜ੍ਹ ਵਿਗੁਚਦਾ ਹੈ। ਝੂਠੇ ਪਾਠ ਕਰ ਕਰਕੇ ਝੂਠੇ ਕਰਮ ਧਰਮ ਕਰਦਾ ਹੈ ਅਤੇ ਕਰ ਖੁਆਰ ਹੁੰਦਾ ਹੈ। ਇਹ ਨਿਗੁਰੇ ਆਦਮੀ ਦੀ ਨਿਗੁਰੀ ਮਤ ਦੀ ਨਿਸ਼ਾਨੀ ਹੈ। ਉਹ ਝੂਠ ਬੋਲਣ ਵਾਲਾ, ਝੂਠ ਤੂਫਾਨ ਤੋਲਣ ਹਾਰਾ, ਕਪਟ ਕਮਾਵਣ ਹਾਰਾ ਅੰਧਲਾ ਅਗਿਆਨੀ ਹੈ ਅਤੇ ਪਖੰਡ ਕਪਟੀ ਕਪਟ ਕਰਮੀ ਬਣ ਕੇ ਸਦਾ ਦੁਖੀ ਰਹਿੰਦਾ ਹੈ। ਅਜਿਹੇ ਸਾਰੇ ਕਪਟ ਕਰਮੀ ਆਨਮਤੀ ਪਖੰਡੀ ਪੁਰਸ਼ ਦੁਖੀਏ ਹੀ ਮਰ ਜਾਂਦੇ ਹਨ। ਸਾਰੀ ਉਮਰ ਦੁਖੀਏ ਰਹਿੰਦੇ ਹਨ ਅਤੇ ਪੂਰਾਂ ਦੇ ਪੂਰ ਦੁੱਖਾਂ ਦੇ ਲੱਦੇ ਹੋਏ ਕਪਟ ਕੂੜ ਕਿਰਿਆ ਦਾ ਲੱਦ ਕੇ ਚਲੇ ਜਾਂਦੇ ਹਨ। ਨਾਮ ਦੇ ਜਪੇ ਬਿਨਾਂ ਸੱਚੜਾ ਸੁੱਖ ਕਿਸੇ ਨੂੰ ਨਹੀਂ ਮਿਲਦਾ। ਨਾ ਹੀ ਨਾਮਹੀਣ ਗੁਰੂਹੀਣ ਹੋਣ ਕਰਕੇ ਅੱਗੇ ਜਾ ਕੇ ਸੁਣਦੇ ਹਨ। ਕਈ ਭੇਖੀ ਮੂੰਡ ਮੁੰਡਾਉਣਾ ਸਿਰ ਮਨਾਉਣ ਨੂੰ ਅਤੇ ਸਿਰ ਮਨਾ ਕੇ ਸਿਖਰ ਸਿਰ ਤੇ ਬੋਧੀ ਰੱਖਣ ਨੂੰ ਹੀ ਕਲਿਆਣਕਾਰੀ ਕਰਮ ਧਰਮ ਸਮਝਦੇ ਹਨ। ਕਈ ਭੇਖੀ ਭਸਮ ਲਾ ਕੇ ਜਟਾਂ ਵਧਾਉਣ ਤੇ ਸਿਰ ਤੇ ਜਟਾਂ ਲਿਟਾਂ ਰੱਖਣ ਨੂੰ ਹੀ ਮੁਕਤੀ ਦਾ ਕਾਰਨ ਸਮਝਦੇ ਹਨ। ਜਟਾਂ ਬੰਨ੍ਹ ਕੇ ਆਸਣ ਜਮਾਉਂਦੇ ਹਨ। ਇਹ ਲੋਕਾਂ ਦੇ ਰਜਾਉਣ ਵਾਲਾ ਹੀ ਭੇਖ ਹੈ।
ਕਈ ਪਖੰਡੀ ਭੇਖੀ ਫੋਕਾ ਮੌਨ ਵਰਤ ਸਾਧ ਕੇ ਹੀ ਮੌਨਧਾਰੀ ਬਣ ਜਾਂਦੇ ਹਨ। ਬਾਹਰਲੀ ਮੂੰਹ ਮੀਟੀ ਮੌਨ ਚੁੱਪ ਕਦੇ ਵੀ ਕਲਿਆਣਕਾਰੀ ਨਹੀਂ ਹੁੰਦੀ। ਅੰਦਰ ਤਾਂ ਉਹਨਾਂ ਦੇ ਬਹੁ ਭਾਂਤੀਆਂ ਤ੍ਰਿਸ਼ਨਾਵਾਂ ਕਾਮਨਾਵਾਂ ਦਾ ਗਿੱਧਾ ਪੈ ਰਿਹਾ ਹੁੰਦਾ ਹੈ। ਬਾਹਰ ਦਾ ਮੌਨ ਕਿਸ ਲੇਖੇ ਹੈ। ਅਜਿਹੇ ਮੌਨ ਵਰਤ ਸਾਧਾਂ ਮੌਨਧਾਰੀਆਂ ਦਾ ਅਭਿਮਾਨ ਹੀ ਵੱਧਦਾ ਹੈ, ਕਿਉਂਕਿ ਇਸ ਪਖੰਡ ਕਿਰਿਆ ਦੇ ਕਰਨ ਕਰ ਲੋਕਾਂ ਅੰਦਰ ਉਹਨਾਂ ਪਖੰਡੀਆਂ ਦਾ ਮਾਨ ਹੀ ਵੱਧਦਾ ਹੈ। ਮਾਨ ਦੇ ਗਾਹਕ ਮੌਨਧਾਰੀਆਂ ਦੇ ਪੱਲੇ ਮਾਨ ਅਭਿਮਾਨ ਹੀ ਪੈਂਦੇ ਹਨ। ਮੌਨਧਾਰੀ ਤੋਂ ਉਹ ਮਾਨਧਾਰੀ ਬਣ ਜਾਂਦੇ ਹਨ। ਕਮਲੀ ਲੁਕਾਈ ਇਹਨਾਂ ਮਾਨਧਾਰੀਆਂ ਨੂੰ ਸਗੋਂ ਹੋਰ ਪੂਜਣ ਲੱਗ ਪੈਂਦੀ ਹੈ, ਜਿਸ ਤੋਂ ਮਾਨਧਾਰੀਆਂ ਦਾ ਮਾਨ ਹੋਰ ਵੀ ਵਧਣ ਲੱਗ ਪੈਂਦਾ ਹੈ। ਦੁਨੀਆ ਅੰਦਰ ਸੰਸਾਰੀਆਂ ਅੰਦਰ ਮਾਨਧਾਰੀਆਂ ਦੀ ਹੀ ਪੂਜਾ ਬਹੁਤੀ ਹੈ ਅਤੇ ਪਖੰਡਧਾਰੀਆਂ ਦੀ ਪਖੰਡ ਪੂਜਾ ਨਾ ਪੂਜਾ ਕਰਨ ਹਾਰਿਆਂ ਲਈ ਤੇ ਨਾ ਪੂਜਾ ਕਰਾਉਣ ਹਾਰਿਆਂ ਲਈ ਕਲਿਆਣਕਾਰੀ ਹੈ, ਸਗੋਂ ਉਹਨਾਂ ਨੂੰ ਉਲਟਾ ਨਰਕਾਂ ਦਾ ਅਧਿਕਾਰੀ ਬਣਾਉਂਦੀ ਹੈ। ਇਹਨਾਂ ਮੌਨਧਾਰੀਆਂ ਦਾ ਪਖੰਡ ਮੌਨ ਹੀ ਹੁੰਦਾ ਹੈ। ਅੰਦਰੋਂ ਤਾਂ ਇਹਨਾਂ ਦਾ ਮਨ ਡੋਲਦਾ ਹੀ ਰਹਿੰਦਾ ਹੈ ਅਤੇ ਸਦਾ ਡੋਲਦਾ ਹੀ ਰਹਿੰਦਾ ਹੈ, ਕਦੇ ਅਸਥਿਰ ਨਹੀਂ ਹੁੰਦਾ। ਦਸੇ ਪਾਸੇ ਸਾਰੇ ਪਾਸੀਂ ਉਹਨਾਂ ਦਾ ਮਨ ਦੌੜਦਾ ਹੀ ਰਹਿੰਦਾ ਹੈ। ਮਨ ਦੀ ਇਹ ਦੌੜ, ਇਹ ਧਾਵਨੀ ਮੌਨ ਦਾ ਭੇਖ ਧਾਰਿਆਂ ਕਦੇ ਮਿਟਦੀ ਨਹੀਂ। ਮਿਟਦੀ ਹੈ ਤਾਂ ਨਾਮ ਦੁਆਰਾ ਮਿਟਦੀ ਹੈ। ਮਨ ਪ੍ਰਬੁੱਧੋ ਹਰ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ। ਗੌੜੀ ਸੁਖਮਨੀ ਮਹਲਾ ਪੰਜਵਾਂ। ਅਤੇ ਨਾਮ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਨਿਗੁਰਿਆਂ ਨੂੰ ਨਾਮ ਕਿੱਥੇ। ਨਾਮ ਬਿਨਾਂ ਆਤਮ ਗਿਆਨ ਦੀ ਪ੍ਰੇਮ ਪਿਆਰ ਦੀ ਜੋਤ ਉੱਕੀ ਹੀ ਨਹੀਂ ਚਮਕਦੀ। ਅੰਦਰ ਆਤਮ ਜੋਤ ਰਸ ਦਾ ਆਨੰਦ ਆਵੇ ਤਾਂ ਹੀ ਸੁਰਤੀ ਬਿਰਤੀ ਦੀ ਅੰਤਰਗਤੀ ਲੀਨਤਾ ਹੁੰਦੀ ਹੈ ਅਤੇ ਬਾਹਰ ਦੀਆਂ ਬਿਰਤੀਆਂ ਰੁਕਦੀਆਂ ਹਨ। ਐਵੇਂ ਨਹੀਂ, ਕਦਾਚਿਤ ਨਹੀਂ। ਇਹ ਤਤ ਜੋਤ ਰਹੱਸੀ ਆਤਮ ਗਿਆਨ ਗੁਰੂ ਘਰ ਦੀ ਹੀ ਨਿਧ ਪੂੰਜੀ ਹੈ। ਇੱਥੋਂ ਹੀ ਪ੍ਰਾਪਤ ਹੁੰਦੀ ਹੈ, ਹੋਰ ਕਿਤੋਂ ਨਹੀਂ। ਇਸ ਅੰਮ੍ਰਿਤ ਨੂੰ ਛੱਡ ਕੇ ਮਹਾਂਵਿਖਿਆ ਰਸ ਪੀਣ ਵਿੱਚ ਮਾਇਆ ਦੇ ਦੀਵਾਨੇ ਮਦਹੋਸ਼ ਰਹਿੰਦੇ ਹਨ। ਤਿੰਨਾਂ ਮਾਇਆ ਦੇ ਮਤਵਾਲਿਆਂ ਨੂੰ ਅੰਮ੍ਰਿਤ ਰਸ ਗਟਾਕ ਛਕਣ ਦਾ ਸੁਭਾਗ ਕਿੱਥੇ। ਆਪਣੇ ਕੀਤੇ ਕਰਮਾਂ ਤੇ ਪੱਕੇ ਹੋਏ ਸੰਸਕਾਰਾਂ ਦੁਆਰਾ ਜੋ ਇਨਸਾਨੀ ਫਿਤਰਤ ਬਣ ਜਾਂਦੀ ਹੈ, ਉਸੇ ਅਨੁਸਾਰ ਕਿਰਤ ਕਰੀ ਜਾਂਦੇ ਹਨ। ਇਹ ਕਿਰਤ ਕਰਮੀ ਫਿਤਰਤ ਕਦੇ ਮਿਟਦੀ ਨਹੀਂ, ਨਾ ਹੀ ਫਿਤਰਤੀ ਸੁਭਾਅ ਜਾਂਦਾ ਹੈ। ਇਸ ਕਰਮ ਕਰਮੀ ਦਾ ਮਿਟਣ ਵਾਲੀ ਫਿਤਰਤ ਕਰਕੇ ਹੈਵਾਨੀ ਖਸਲਤ ਵਾਲਾ ਬਣਮਾਣੂ ਹੀ ਬਣਿਆ ਹੋਇਆ ਹੁੰਦਾ ਹੈ। ਉਸ ਨੂੰ ਅਕਾਲੀ ਭਾਣੇ ਦੇ ਕਰਮ ਭਲੇ ਨਹੀਂ ਪਾਸਦੇ। ਉਸ ਦੀ ਪਸ਼ੂ ਬਿਰਤੀ ਹੋ ਜਾਣ ਕਰ ਉਹ ਪਸ਼ੂਆਂ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਪਸ਼ੂ ਹੀ ਗਰਦਾਨਿਆ ਜਾਂਦਾ ਹੈ। ਇੱਕ ਹੋਰ ਭੇਖਧਾਰੀਆਂ ਦਾ ਫਿਰਕਾ ਹੈ ਜੋ ਲੀਰਾਂ ਦਾ ਚੋਲਾ ਪਾ ਕੇ ਭਾਂਤ ਭਾਂਤ ਦੀਆਂ ਟਾਕੀਆਂ ਦਾ ਚੋਲੜਾ ਬਣਾ ਕੇ ਪਹਿਨਦੇ ਹਨ ਤੇ ਚਿੱਪੀ ਹੱਥ ਵਿੱਚ ਰੱਖਦੇ ਹਨ। ਇਹਨਾਂ ਕਰਮੰਡਲ ਵਾਲੇ ਲੀਰ ਚੀਰੀਆਂ ਦਾ ਫਿਰਕਾ ਕਾਪੜੀਏ ਸਾਧੂ ਅਖਵਾਉਂਦੇ ਹਨ। ਅੰਦਰੋਂ ਪੁੱਜ ਕੇ ਤ੍ਰਿਸ਼ਨਾਲੂ ਹੁੰਦੇ ਹਨ। ਇਹਨਾਂ ਦੇ ਅੰਦਰ ਭਾਰੀ ਤ੍ਰਿਸ਼ਨਾ ਅਤੇ ਕਾਮ ਚੇਸ਼ਟਾ ਉਪਜੀ ਹੋਈ ਹੁੰਦੀ ਹੈ। ਘਰ ਦੀ ਇਸਤਰੀ ਤਜ ਕੇ ਇਹ ਆਪਣੇ ਜਾਣੇ ਤੇ ਲੋਕਾਂ ਭਾਣੇ ਤਾਂ ਗ੍ਰਸਤ ਤਿਆਗੀ ਬਣਦੇ ਹਨ, ਪਰ ਇਹਨਾਂ ਦੇ ਕੂੜ ਦੇ ਤਿਆਗੀਆਂ ਅੰਦਰ ਸਾਰੇ ਜ਼ੋਰੋ ਜ਼ੋਰ ਹੋਰੋ ਹੋਰ ਕਾਮ ਵਿਆਪ ਜਾਂਦਾ ਹੈ। ਕਾਮ ਚੇਸ਼ਟਾ ਇਹਨਾਂ ਗੁਪਤ ਤਿਆਗੀਆਂ ਦੀ ਬਿਰਤੀ ਉੱਤੇ ਐਸੀ ਪ੍ਰਬਲ ਹੋ ਜਾਂਦੀ ਹੈ ਕਿ ਉਹ ਕਾਮ ਦੇ ਅਧੀਨ ਹੋਏ ਕੇ ਪਰਾਈ ਇਸਤਰੀ ਨੂੰ ਦੇਖ ਕੇ ਡੋਲ ਜਾਂਦੇ ਹਨ ਅਤੇ ਪਰਾਈਆਂ ਇਸਤਰੀਆਂ ਨਾਲ ਮੰਦ ਕਰਮ ਕਰਨ ਲੱਗ ਪੈਂਦੇ ਹਨ ਤੇ ਲੰਪਟ ਬਾਜ਼ਾਰੀ ਹੋ ਕੇ ਬਾਜ਼ਾਰੀ ਔਰਤਾਂ ਨਾਲ ਖੇ ਖਾਣ ਲੱਗ ਪੈਂਦੇ ਹਨ। ਦੂਜਿਆਂ ਨੂੰ ਸਿੱਖਿਆ ਦਿੰਦੇ ਹਨ ਅਤੇ ਚੇਲੇ ਬਣਾ ਕੇ ਉਹਨਾਂ ਦੇ ਕੰਨਾਂ ਵਿੱਚ ਛੂ ਮੰਤਰ ਫੂਕਦੇ ਹਨ, ਪਰ ਆਪ ਉਹਨਾਂ ਨੂੰ ਸੱਚੇ ਮੰਤਰ ਗੁਰ ਸ਼ਬਦ ਦੀ ਸ਼ਨਾਖਤ ਹੀ ਨਹੀਂ ਹੁੰਦੀ। ਹੋਵੇ ਵੀ ਕਿੱਕੂ ਨਿਗੁਰਿਆਂ ਲੰਪਟ ਬਾਜ਼ਾਰੀਆਂ ਨੂੰ, ਐਸੀ ਵਿਖਵਤੀ ਕਰਮੀ ਪੁਰਸ਼ਾਂ ਨੂੰ ਜੋ ਚੋਪੜੀ ਚਾਪੜੀ ਚੁੱਪ ਚਾਂਦ ਦੀ ਪੋਚ ਸੋਚਦਾ ਡਿੰਬ ਧਾਰਦੇ ਹਨ। ਐਸੇ ਡਿੰਬ ਭੇਖ ਦੇ ਕਾਰਨ ਹੀ ਅੱਗੇ ਜਾ ਕੇ ਜਮ ਖੁਆਰ ਕਰਦਾ ਹੈ। ਜਮਾਂ ਦੀ ਖੁਆਰੀ ਇਹਨਾਂ ਪੋਚ ਪਖੰਡੀਆਂ ਨੂੰ ਜ਼ਰੂਰ ਸਹਿਣੀ ਪਵੇਗੀ। ਇਸ ਵਾਕ ਵਿੱਚ ਉੱਪਰ ਦੱਸੇ ਸਾਰੇ ਭੇਖਧਾਰੀਆਂ ਦੇ ਝੂਠੇ ਜੋਗ ਸੰਨਿਆਸ ਦਾ ਖੰਡਨ ਕਰਦੇ ਹਨ। ਅੱਗੇ ਜਾ ਕੇ ਵਾਕ ਦੇ ਅਗਲੇ ਹਿੱਸੇ ਵਿੱਚ ਸੱਚੇ ਗੁਰਮਤਿ ਸੰਨਿਆਸ ਦਾ ਪ੍ਰਤਿਪਾਦਨ ਕਰਦੇ ਹਨ। ਸੱਚਾ ਸੰਨਿਆਸੀ ਸੋਈ ਹੈ ਜੋ ਸਤਿਗੁਰੂ ਨੂੰ ਸੇਵਦਾ ਹੈ। ਸੱਚੇ ਸਤਿਗੁਰੂ ਦਾ ਸੇਵਕ ਸਿੱਖ ਬਣ ਜਾਂਦਾ ਹੈ ਅਤੇ ਸਤਿਗੁਰੂ ਦੁਆਰਿਓਂ ਦੀਖਿਆ ਗੁਰਮੰਤਰ ਲੈ ਕੇ ਨਾਮ ਅਭਿਆਸ ਵਿੱਚ ਜੁਟ ਜਾਂਦਾ ਹੈ ਅਤੇ ਨਾਮ ਦੀਆਂ ਸੱਚੀਆਂ ਕਮਾਈਆਂ ਕਰਕੇ
ਆਪਣੇ ਆਪ ਵਿੱਚੋਂ ਹਉਮੈ ਦੇ ਭਾਵ ਦਾ ਅਭਾਵ ਕਰ ਦਿੰਦਾ ਹੈ। ਹਉਮੈ ਨੂੰ ਮੂਲੋਂ ਹੀ ਮਾਰ ਦਿੰਦਾ ਹੈ। ਪਹਿਨਣ ਖਾਣ ਦੀ, ਛਾਦਨ ਭੋਜਨ ਦੀ ਇੱਛਾ ਨਹੀਂ ਰੱਖਦਾ। ਸਦਾ ਆਸ ਨਿਰਾਸ ਸੰਨਿਆਸੀ ਬਣਿਆ ਰਹਿੰਦਾ ਹੈ। ਸੁਤੇ ਸੁਭਾਵ ਜੋ ਮਿਲ ਜਾਏ ਸੋ ਗ੍ਰਹਿਣ ਕਰ ਲੈਂਦਾ ਹੈ। ਤ੍ਰਿਸ਼ਨਾਵੰਤ ਹੋ ਕੇ ਧਾਮਦਾ ਨਹੀਂ ਤੇ ਮੂੰਹੋਂ ਬੋਲ ਕੇ ਮੰਗ ਕੇ ਪਿੱਛਾ ਨਹੀਂ ਲੈਂਦਾ। ਸੰਤੋਖ ਸਹਿਨਸ਼ੀਲਤਾ ਨਾਲ ਹੀ ਤ੍ਰਿਪਤਾਸਿਆ ਰਹਿੰਦਾ ਹੈ। ਨਾਮ ਦੇ ਆਹਾਰ ਤੇ ਨਾਮ ਦੇ ਆਧਾਰ ਨਾਲ ਹੀ ਰੱਜਿਆ ਰਹਿੰਦਾ ਹੈ। ਖਾਣ ਪੀਣ ਪਹਿਨਣ ਦਾ ਠਾਠਾ ਬਾਗਾ ਲੋਕਾਂ ਭਾਣੇ ਹੀ ਕਰਦਾ ਹੈ। ਐਸੀ ਆਹਾਰ ਆਧਾਰੀ ਰਜਣੀ ਵਿੱਚ ਰੱਜਿਆ ਹੋਇਆਂ ਸਦਾ ਸਹਿ ਜੀਵੜੀ ਗੰਭੀਰਤਾ ਦਾ ਸੱਚੜਾ ਨਾਮ ਧਨ ਉਸ ਦਾ ਜਮ੍ਹਾਂ ਕੀਤਾ ਹੋਇਆ ਹੁੰਦਾ ਹੈ ਕਿ ਕਦੇ ਭੁੱਖ ਦੁੱਖ ਉਸ ਨੂੰ ਵਿਆਪਦੀ ਨਹੀਂ ਅਤੇ ਭੁੱਖ ਦੁੱਖ ਕਰ ਉਸ ਦਾ ਕਦੇ ਵੀ ਤਾਮਸ ਪਿੱਤਾ ਨਹੀਂ ਹੁੰਦਾ। ਤਮਾਮ ਤਾਮਸਾਂ ਉਸ ਦੀ ਨਾਮ ਨੇ ਗਵਾ ਦਿੱਤੀ ਹੋਈ ਹੁੰਦੀ ਹੈ। ਐਸਾ ਗ੍ਰਸਤ ਮਾਰਗੀ ਸੰਨਿਆਸੀ ਜੋਗੀ ਧਨਤਾ ਯੋਗ ਹੈ। ਗ੍ਰਸਤ ਵਿੱਚ ਰਹਿ ਕੇ ਹੀ ਸੰਨਿਆਸ ਯੋਗ ਕਮਾਉਂਦਾ ਅਤੇ ਹਰ ਚਰਨੀ ਚਿਤ ਲਾਉਂਦਾ ਹੈ ਅਤੇ ਇੱਕੋ ਅਕਾਲ ਪੁਰਖ ਨਾਲ ਲਿਵ ਲਾ ਕੇ ਮਾਇਆ ਵਿੱਚ ਅਲੇਪ ਵਰਤਦਾ ਹੈ। ਆਸਾ ਵਿੱਚ ਨਿਰਾਸ ਰਹਿੰਦਾ ਹੈ ਅਤੇ ਆਸਾ ਨਿਰਾਸਾ ਹੋ ਕੇ ਸੱਚਾ ਸੰਨਿਆਸ ਕਮਾਉਂਦਾ ਹੈ। ਹਰੀ ਰਸ ਵਾਹਿਗੁਰੂ ਨਾਮ ਰਸ ਦਾ ਗਟਾਕ ਪੀ ਕੇ ਸਦਾ ਉੱਚੀਆਂ ਆਤਮ ਅਟਾਰੀਆਂ ਤੇ ਹੀ ਚੜ੍ਹਿਆ ਰਹਿੰਦਾ ਹੈ ਅਤੇ ਸੱਚੀਆਂ ਸੰਨਿਆਸ ਸਮਾਧੀਆਂ ਜਮਾ ਕੇ ਅਤੇ ਸੱਚੇ ਗੁਰਮਤ ਯੋਗ ਸੰਨਿਆਸ ਦੀਆਂ ਤਾੜੀਆਂ ਲਾ ਕੇ ਵਾਹਿਗੁਰੂ ਦੇ ਜੋਤ ਸਰੂਪੀ ਚਰਨਾਂ ਦੇ ਸ਼ਰਨੀ ਹੀ ਸਮਾਇਆ ਰਹਿੰਦਾ ਹੈ। ਪਰਮਾਤਮ ਜੋਤ ਵਿਗਾਸ ਵਿੱਚ ਜੁੜਨ ਵਾਲਾ ਨਿਵਾਸ ਸੱਚੜਾ ਨਿਜ ਘਰੀ ਵਾਸਾ ਹੈ। ਜਦੋਂ ਇਉਂ ਨਿਜ ਘਰ ਵਾਹਿਗੁਰੂ ਦੇ ਚਰਨਾਂ ਵਿੱਚ ਤਾੜੀ ਲੱਗਦੀ ਹੈ ਤਦੇ ਹੀ ਮਨੁਆ ਅਡੋਲ ਹੁੰਦਾ ਹੈ। ਐਵੇਂ ਨਹੀਂ, ਮੁਖੀ ਗੁਰੂ ਵਾਹਿਗੁਰੂ ਦੇ ਪ੍ਰਚੰਡ ਗਿਆਨ ਵਿੱਚ ਲੀਨ ਹੋਇਆਂ ਹੀ ਇਹ ਅਡੋਲਤਾ ਪ੍ਰਾਪਤ ਹੁੰਦੀ ਹੈ ਅਤੇ ਗੁਰੂ ਘਰ ਦੇ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਆਤਮ ਅਵਸਥਾਮਈ ਪੌੜੀ ਤੇ ਚੜ੍ਹ ਕੇ ਗੁਰਮੁਖਾਂ ਦਾ ਮਨ ਦਹਿ ਦਿਸ ਧਾਵਣੋਂ ਬਿਵਰਜਤ ਹੁੰਦਾ ਹੈ। ਸੁਤੇ ਸਹਿਜ ਹੀ ਵਰਜਿਆ ਰਹਿੰਦਾ ਹੈ। ਕਿਸੇ ਪਾਸੇ ਨਹੀਂ ਧਾਮਦਾ, ਮੂਲੋਂ ਨਹੀਂ ਧਾਮਦਾ। ਗੁਰੂ ਦੁਆਰਾ ਨਾਮ ਪਦਾਰਥ ਪਾ ਕੇ ਗੁਰਮਤ ਨਾਮ ਦੀਆਂ ਕਮਾਈਆਂ, ਹਿਰਦੇ ਦੀਆਂ ਅਭਿਆਸੀਆਂ, ਸਾਸ ਗਰਾਸੀਆਂ ਦਾ ਅੰਦਰ ਮਧਾਣਾ ਫੇਰ ਕੇ ਅੰਦਰੋਂ ਵਾਹਿਗੁਰੂ ਦੀ ਜੋਤ ਨੂੰ ਗੁਰਮੁਖ ਜਨ ਪ੍ਰਕਾਸ਼ਿਤ ਕਰ ਲੈਂਦਾ ਹੈ ਅਤੇ ਗ੍ਰਹਿ ਸਰੀਰ ਦੇ ਵਿੱਚੋਂ ਵਾਹਿਗੁਰੂ ਦਾ ਦਰਸ਼ਨ ਮਿਲਾਪ ਕਰ ਲੈਂਦਾ ਹੈ। ਬਾਹਰ ਦੀ ਖੋਜ ਆਨਮਤੀਆਂ ਦੀ ਬਿਰਥ ਹੀ ਹੈ। ਅੰਦਰਲੀ ਖੋਜ ਗੁਰਮਤੀਆਂ ਗੁਰਮੁਖਾਂ ਦੀ ਹੈ ਜੋ ਲੇਖੇ ਪੈਂਦੀ ਹੈ। ਅੰਤਰਗਤੀ ਦੇਹੀ ਅੰਦਰ ਵਾਹਿਗੁਰੂ ਦੇ ਦਰਸ਼ਨ ਮਿਲਾਪ ਕਰਾ ਦਿੰਦੀ ਹੈ। ਬ੍ਰਹਮਾ ਵਿਸ਼ਨ ਮਹੇਸ਼ ਵੀ ਤਾਂ ਹੀ ਸ੍ਰੇਸ਼ਟ ਹੋ ਸਕਦੇ ਹਨ ਜੇ ਉੱਪਰ ਦੱਸੀ ਗੁਰਮਤ ਖੋਜ ਦੁਆਰਾ ਨਾਮ ਵਿੱਚ ਰੱਤੇ ਜਾ ਕੇ ਨਾਮੀ ਵਾਹਿਗੁਰੂ ਦਾ ਦੇਹੀ ਅੰਦਰ ਹੀ ਜੋਤ ਵਿਗਾਸੀ ਦਰਸ਼ਨ ਕਰ ਲੈਣ। ਕਿਸੇ ਜਨਮਾ ਅਵਤਾਰ ਵਿਖੇ ਕਰ ਲੈਣ ਜਾਂ ਕਰਾ ਲੈਣ। ਗੁਰੂ ਨਾਨਕ ਦੀ ਸ਼ਰਨੀ ਆ ਕੇ ਗੁਰੂ ਘਰ ਵਿਖੇ ਜਨਮ ਲੈ ਕੇ। ਐਵੇਂ ਨਹੀਂ, ਵਾਹਿਗੁਰੂ ਜੋਤ ਪ੍ਰਕਾਸ਼ੀ ਦੀ ਜੋਤ ਹੀ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਆਪਣੀ ਸੱਤਾ ਸਤਤਾ ਕਰ ਰਹੀ ਹੈ। ਸਾਰੀਆਂ ਖਾਣੀਆਂ ਅਤੇ ਖਾਣੀਆਂ ਦੇ ਸਾਰਿਆਂ ਜੰਤਾਂ ਵਿੱਚ, ਬੋਲੀਆਂ ਜਾਣ ਵਾਲੀਆਂ ਸਾਰੀਆਂ ਬਾਣੀਆਂ ਵਿੱਚ ਅਤੇ ਗਗਨ ਪਤਾਲੀ ਮੰਡਲਾਂ ਦੇ ਜੀਆਂ ਜੰਤਾਂ ਵਿੱਚ ਵਾਹਿਗੁਰੂ ਇਹ ਤੇਰੀ ਜੋਤ ਹੀ ਜੋਤਤ ਹੈ। ਜੋਤ ਸੱਤਿਆ ਪਸਾਰ ਰਹੀ ਹੈ, ਪਰੰਤੂ ਨਾਮ ਦੁਆਰਾ ਹੀ ਇਹ ਜੋਤ ਪ੍ਰਗਟ ਹੁੰਦੀ ਹੈ। ਪਹਿਲਾਂ ਅੰਤਰ ਇਸ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਇਸ ਜੋਤ ਚਾਨਣੇ ਦਾ ਪ੍ਰਕਾਸ਼ ਸਾਰੇ ਅੰਦਰ ਬਾਹਰ ਗਗਨ ਪਤਾਲਾਂ ਵਿੱਚ ਹੋ ਜਾਂਦਾ ਹੈ। ਵਾਹਿਗੁਰੂ ਦੁਆਰਾ ਹੀ ਗੁਰਮਤ ਨਾਮ ਪ੍ਰਾਪਤ ਕਰਕੇ ਅਭਿਆਸ ਕਮਾਈਆਂ ਕਰਕੇ ਇਸ ਜੋਤ ਪ੍ਰਕਾਸ਼ ਦਾ ਸਾਖਸ਼ਾਤਕਾਰ ਹੁੰਦਾ ਹੈ। ਇਹੀ ਜੋਤ ਪ੍ਰਕਾਸ਼ ਦਰਸ਼ਨ ਹੀ ਸੱਚਾ ਮੁਕਤ ਪਦਾਰਥ ਹੈ। ਇਸੇ ਵਿੱਚ ਹੀ ਸੱਚਾ ਸੁਖ ਪਰਮ ਆਨੰਦ ਹੈ। ਸੱਚੇ ਨਾਮ ਨੂੰ ਉਰਧਾਰਿਆਂ ਹੀ ਪ੍ਰਕਾਸ਼ ਸਰੂਪ ਨਾਮ ਦੀਆਂ ਜੋਤਾਂ ਜਗਦੀਆਂ ਹਨ ਅਤੇ ਅਨਹਦ ਬਾਣੀ ਦੀਆਂ ਧੁਨੀਆਂ ਦਸਮ ਦੁਆਰ ਵਿਖੇ ਗੂੰਜਦੀਆਂ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਨਾਮ ਬਿਨਾਂ ਨਿਸਤਾਰਾ ਨਹੀਂ ਕਿਸੇ ਦਾ ਵੀ, ਨਾ ਸੰਨਿਆਸੀਆਂ ਦਾ, ਨਾ ਉਦਾਸੀਆਂ ਦਾ, ਨਾ ਜੋਗੀਆਂ ਦਾ, ਨਾ ਬ੍ਰਹਮਾ ਵਿਸ਼ਨ ਮਹੇਸ਼ ਦੇਵਤਿਆਂ ਦਾ। ਤਾਂ ਤੇ ਜਿਸਨੇ ਵੀ ਸੱਚੇ ਨਿਸਤਾਰੇ ਵਾਲੀ ਸੱਚੀ ਤਾਰੀ ਤਰਨੀ ਹੋਵੇ ਸੋ ਗੁਰਮਤ ਗ੍ਰਹਸ ਧਰਮੀ ਹੋ ਕੇ ਸੱਚੇ ਨਾਮ ਦਾ ਮਰਮੀ ਬਣ ਕੇ ਨਾਮ ਨਹਿਕਾਮ ਦਾ ਸਥਿਤ ਕਰਮੀ ਹੋ ਜਾਵੇ। ਗੁਰਮਤ ਨਾਮ ਅਭਿਆਸ ਕਮਾਈ ਵਾਲੇ ਸੁਚੱਜੇ ਕਰਮ ਧਰਮ ਬਿਨਾ
ਛੁਟਕਾਰਾ ਕਦੇ ਨਹੀਂ, ਕਿਸੇ ਦਾ ਵੀ ਨਹੀਂ। ਆਨਮਤ ਕਰਮ ਤਾਂ ਸਭੋ ਰਸਾਤਲ ਵਿੱਚ ਲਿਜਾ ਕੇ ਸਿੱਟਣ ਵਾਲੇ ਹੀ ਹਨ। ਜੋ ਪੁਰਸ਼ ਵੀ ਇਸ ਜਗਤ ਵਿਖੇ ਚਤਰ ਸਿਆਣਾ ਬਣਿਆ ਬੈਠਾ ਹੈ, ਉਹ ਚਾਹੇ ਨਿਰਾ ਭਰਮ ਭੁੱਲਾ ਅਗਿਆਨੀ ਹੀ ਹੋਵੇ, ਉਸ ਗੰਵਾਰ ਦਾ ਨਾਂ ਪੰਡਿਤ ਕਰਕੇ ਪ੍ਰਸਿੱਧ ਹੋ ਜਾਂਦਾ ਹੈ। ਉਸ ਦੀ ਪੰਡਿਤ ਅੱਲ ਪੈ ਜਾਂਦੀ ਹੈ। ਭਰਮ ਭੁੱਲੀ ਲੋਕਾਈ ਉਸ ਨੂੰ ਪੰਡਿਤ ਕਹਿ ਕਹਿ ਕੇ ਪੁਕਾਰਨ ਲੱਗ ਪੈਂਦੀ ਹੈ, ਭਾਵੇਂ ਉਹ ਗਵਾਰਾਂ ਦੀ ਪੜ੍ਹਾਈ ਹੀ ਪੜ੍ਹਨਹਾਰੇ ਹੋਣ। ਵੇਦਾਂ ਦੇ ਲਿਖਾਰੀ, ਵੇਦ ਪ੍ਰਚਾਰੀ, ਵੇਦ ਬਣਤਾਰੀ, ਵੇਦਵੰਤਾਰੀ ਪੰਡਿਤ ਬਿਖ ਮਾਇਆ ਦੇ ਮੱਤੇ ਹੋਏ, ਮਾਇਆ ਦੇ ਭ੍ਰਮਤੇ ਹੋਏ ਭੁੱਲੜ ਪੰਡਿਤ ਨਾਮ ਪਦਾਰਥ ਤੋਂ ਤਾਂ ਸੁੰਝੇ ਹੁੰਦੇ ਹਨ, ਵੇਦਾਂ ਨੂੰ ਹੀ ਫੜ ਬੈਂਦੇ ਹਨ, ਵੇਦਾਂ ਨੂੰ ਡਹਿ ਪੈਂਦੇ ਹਨ। ਉਹਨਾਂ ਵਿੱਚ ਕੀ ਧਰਿਆ ਪਿਆ ਹੈ? ਜੈਸਾ ਕਿ ਗੁਰਵਾਕ ਦਾ ਭਾਵ ਹੈ, ਯਥਾ ਗੁਰਵਾਕ। ਜਗ ਚਤੁਰ ਸਿਆਣਾ ਭਰਮ ਭੁਲਾਣਾ, ਨਾਉ ਪੰਡਿਤ ਪੜ੍ਹੈ ਗਵਾਰੀ, ਨਾਉ ਵਿਸਾਰੈ ਵੇਦ ਸੰਭਾਲੈ, ਬਿਖ ਭੂਲੇ ਲੇਖਾਰੀ। ਮਾਰੂ ਮਹੱਲਾ ਪਹਿਲਾ। ਆਨਮਤ ਪਖੰਡ ਕਰਮਾਂ ਦੀ ਨਿਪੁੰਸਕਤਾ ਅਗਲਾ ਗੁਰਵਾਕ ਵੀ ਨਿਧੜਕਤਾ ਸਹਿਤ ਨਿਰੂਪਣ ਕਰਾਉਂਦਾ ਹੈ, ਯਥਾ ਗੁਰਵਾਕ। ਵਾਚੈ ਪੁਸਤਕ ਵੇਦ ਪੁਰਾਨਾ, ਇਕ ਬਹਿ ਸੁਨੈ ਸੁਨਾਵੈ ਕਾਨਾ, ਅਜਗਰ ਕਪਟ ਕਹੋ ਕਿਉ ਖੁੱਲੈ, ਬਿਨ ਸਤਗੁਰ ਤਤ ਨ ਪਾਇਆ। ਕਰੈ ਵਿਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹੌਮੈ, ਪਾਖੰਡ ਕੀਨੇ ਜੋਗ ਨ ਪਾਈਐ, ਬਿਨ ਸਤਗੁਰ ਅਲਖ ਨ ਪਾਇਆ। ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ, ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਗੁਰ ਭਰਮ ਨ ਜਾਇਆ। ਨਿਉਲੀ ਕਰਮ ਭਯੰਗਮ ਪਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰਸਿਉ, ਗੁਰ ਸ਼ਬਦ ਮਹਾ ਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਬਾਇਆ, ਗੁਰ ਸਤਗੁਰ ਅਲਖ ਲਖਾਇਆ। ਮਾਰੂ ਮਹੱਲਾ ਪਹਿਲਾ। ਵਿਆਖਿਆ। ਆਨਮਤ ਪੁਸਤਕਾਂ ਵੇਦਾਂ ਪੁਰਾਣਾਂ ਨੂੰ ਵਾਚਣ ਵਾਲੇ ਬਥੇਰੇ ਹਨ। ਪੁਸਤਕਾਂ ਨੂੰ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਹਨ ਅਤੇ ਬੇਅੰਤ ਲੋਕੀ ਬਹਿ ਕੇ ਕੰਨੀ ਸੁਣਦੇ ਹਨ, ਕੰਨ ਲਾ ਕੇ ਪੂਰੀ ਸ਼ਰਵਣ ਸੁਰਤੀ ਨਾਲ ਸੁਣਦੇ ਹਨ। ਪਰ ਤਿੰਨਾਂ ਪੜ੍ਹਨ ਸੁਣਨ ਹਾਰਿਆਂ ਵਿੱਚੋਂ ਕਿਸੇ ਦੇ ਵੀ ਅਜਗਰ ਕਪਾਟ ਨਹੀਂ ਖੁੱਲਦੇ। ਭਰਮ ਕਿਵਾੜੇ ਤਾਕ ਤਿਨਾਂ ਦੇ ਅੜੇ ਹੋਏ ਹੁੰਦੇ ਹਨ। ਉਹ ਐਸੀ ਕਰੜਾਈ ਬਿਖਮਤਾ ਨਾਲ ਬੰਦ ਹੋਏ ਵੇ ਹੁੰਦੇ ਹਨ ਕਿ ਵੇਦ ਪੁਰਾਣੀ ਮਤਾਂ ਦੀ ਬੁੱਧ ਮਤ ਦੁਆਰਾ ਜ਼ੋਰ ਲਾਇਆਂ ਵੀ ਨਹੀਂ ਖੁੱਲਦੇ। ਭਰਮ ਕਿਵਾੜਾ ਤਿਨਾਂ ਦਾ ਅੜਿਆ ਹੀ ਰਹਿੰਦਾ ਹੈ। ਬਸ ਸਮੂਹ ਆਨਮਤਵਾਦੀ ਭਰਮ ਭੁੱਲੇ ਹੀ ਫਿਰਦੇ ਹਨ। ਤਤ ਵਸਤੂ ਦੀ ਲੱਭਤਾ ਉਹਨਾਂ ਨੂੰ ਹੁੰਦੀ ਹੀ ਨਹੀਂ। ਇਹ ਤਤ ਪਦਾਰਥ ਲੱਭਦਾ ਹੈ ਤਾਂ ਸਤਿਗੁਰੂ ਸੱਚੇ ਦੀ ਬਰਕਤ, ਹਮਾਇਤ, ਸ਼ਫਾਤ ਨਾਲ ਲੱਭਦਾ ਹੈ। ਬਿਨਾਂ ਸਤਿਗੁਰੂ ਦੇ ਤਤ ਨਹੀਂ ਪਾਇਆ ਜਾਂਦਾ। ਅਣਗਿਣਤ ਆਨਮਤ ਭੇਖੀ ਪਖੰਡੀ ਐਸੇ ਹਨ ਕਿ ਪਿੰਡੇ ਨੂੰ ਸੁਆਹ ਮਲ ਕੇ ਵਿਭੂਤੀ ਲਾ ਕੇ ਹੀ ਤਤ ਪਾਇਆ ਲੋੜਦੇ ਹਨ। ਪਰ ਅਜਿਹੇ ਪਖੰਡ ਕਰਮ ਕੀਤਿਆਂ ਉਹਨਾਂ ਦੀ ਹਉਮੈ ਹੀ ਵੱਧਦੀ ਹੈ ਅਤੇ ਇਸ ਹਉਮੈ ਦੇ ਨਾਲ ਹੀ ਉਹਨਾਂ ਦੇ ਅੰਦਰ ਕ੍ਰੋਧ ਚੰਡਾਲ ਆ ਵੜਦਾ ਹੈ। ਅਜਿਹੇ ਪਖੰਡ ਕਰਮ ਕੀਤਿਆਂ ਸੱਚਾ ਜੋਗ ਮਾਰਗ ਨਹੀਂ ਲੱਭਦਾ। ਸੱਚੇ ਗੁਰਮਤਿ ਜੋਗ ਮਾਰਗ ਲੱਭੇ ਬਿਨਾਂ ਅਲਖ ਪਰਮ ਆਤਮਾ ਦੀ ਲਖਤਾ ਲੱਭਤਾ ਨਹੀਂ ਹੁੰਦੀ। ਅਨੇਕ ਪਖੰਡੀ ਉਜਾੜ ਬਣਾ ਵਿੱਚ ਜਾ ਕੇ ਤੀਰਥ ਵਰਤ ਨੇਮ ਆਨਮਤ ਕਰਮ ਕਰਦੇ ਹਨ। ਆਪਣੀਆਂ ਇੰਦਰੀਆਂ ਨੂੰ ਰੋਕਣ ਦਮਨ ਕਰਨ ਲਈ ਜਤ ਸਤ ਸੰਜਮੀ ਸਾਧਨ ਸਾਧਦੇ ਹਨ ਅਤੇ ਇਹਨਾਂ ਸਾਧਨਾਂ ਦਾ ਸੰਜਮੀ ਚੁੰਚ ਗਿਆਨ ਕਥਦੇ ਫਿਰਦੇ ਹਨ। ਅਜਿਹੇ ਸੰਜਮੀ ਸਾਧਨ ਸਾਧ ਕੇ ਆਪਣੇ ਆਪ ਨੂੰ ਪਹੁੰਚੇ ਹੋਏ ਗਿਆਨੀ ਸਦਾਉਂਦੇ ਹਨ, ਪਰੰਤੂ ਸੱਚੇ ਸਤਿਗੁਰੂ ਦੇ ਬਿਨਾਂ ਉਹਨਾਂ ਦਾ ਅਗਿਆਨ ਭਰਮ ਨਹੀਂ ਜਾਂਦਾ। ਇਹ ਅਗਿਆਨ ਭਰਮ ਉਹਨਾਂ ਦਾ ਦੁੱਖ ਰੂਪ ਹੁੰਦਾ ਹੈ, ਉਹਨਾਂ ਨੂੰ ਹੀ ਦੁੱਖ ਦਿੰਦਾ ਹੈ। ਸੱਚੇ ਸਤਿਗੁਰੂ ਦੀ ਚੰਡ ਉਹਨਾਂ ਨੂੰ ਚੜ ਜਾਏ ਤਾਂ ਦੁੱਖ ਦੂਰ ਹੁੰਦਾ ਹੈ। ਅਨੇਕਾਂ ਆਨਮਤ ਡਿੰਬ ਕਰਮੀ ਲੋਕ ਨਿਉਲੀ ਕਰਮ ਕਰਦੇ ਹਨ। ਆਪਣੀਆਂ ਆਂਦਰਾਂ ਦੀ ਕੱਪੜੇ ਦੁਆਰਾ ਮਨਹਠ ਕਰਮੀ ਸਫਾਈ ਕਰ ਕਰ ਹਫਦੇ ਹਨ। ਕਈ ਕੁੰਡਲਨੀ ਨਾੜੀ ਬਾਣੀ ਸਵਾਸ ਚੜਾ ਕੇ ਦਸਮ ਦੁਆਰ ਪੌਣ ਰੋਕਣ ਦੇ ਭਯੰਗਮੀ ਯੋਗ ਹੱਠ ਭਾਠੀ ਕਰਮ ਕਰਦੇ ਹਨ। ਹੋਰ ਅਨੇਕਾਂ ਪਖੰਡ ਕਰਮੀ ਹੱਠ ਯੋਗ ਪ੍ਰਾਣਾਯਾਮ ਸਾਧਦੇ ਹੋਏ ਸਵਾਸਾਂ ਨੂੰ ਖਿੱਚ ਕੇ ਪੌਣ ਅੰਦਰ ਭਰਨ ਵਾਲਾ ਕੁੰਭਕ ਕਰਮ ਯੋਗ ਕਰਦੇ ਹਨ। ਆਪਣੇ ਅੰਦਰ ਰੁਕੇ ਹੋਏ ਸਵਾਸਨੀ ਪੌਣ ਨੂੰ ਬਾਹਰ ਕੱਢਣ ਵਾਲੀ ਰੇਚਕ ਯੋਗ ਪ੍ਰਾਣਾਯਾਮੀ ਕਿਰਿਆ ਸਾਧਦੇ ਹਨ। ਫਿਰ ਸਵਾਸਾਂ ਨੂੰ ਅੰਦਰ ਠਹਿਰਾਈ ਰੱਖਣ ਵਾਲੀ ਪੂਰਕ ਪ੍ਰਾਣਾਯਾਮ ਹੱਠ ਕਰਮ ਕਿਰਿਆ ਕਮਾਉਂਦੇ ਹਨ। ਇਹ ਸਭ ਹੱਠ ਯੋਗ ਦੇ ਸਾਧਨ ਪਖੰਡ ਰੂਪ ਹੀ ਹਨ।
ਨਿਰਾ ਹੱਠ ਭਰਿਆ ਪਖੰਡ ਧਰਮ ਕਰਮ ਹੀ ਭਰਮ ਮਾਤਰ ਰਹਿ ਜਾਂਦਾ ਹੈ। ਇਸ ਭਰਮ ਕਰਮ ਹੱਠ ਧਰਮ ਕੀਤਿਆਂ ਪਰਮਾਤਮਾ ਨਾਲ ਪ੍ਰੀਤ ਨਹੀਂ ਪੈਂਦੀ ਉਪਜਦੀ, ਨਾ ਹੀ ਪ੍ਰੀਤ ਪਾਉਣ ਉਪਜਾਉਣ ਵਾਲਾ ਮਹਾਰਸ ਆਉਂਦਾ ਹੈ। ਇਹ ਮਹਾਰਸ ਤਾਂ ਗੁਰ ਸ਼ਬਦ ਤੋਂ ਹੀ ਆਉਂਦਾ ਹੈ, ਗੁਰ ਸ਼ਬਦ ਤੋਂ ਹੀ ਪਾਇਆ ਜਾਂਦਾ ਹੈ। ਉੱਪਰ ਦੱਸੇ ਆਨਮਤ ਹੱਠ ਕਰਮਾਂ ਦੇ ਕੀਤਿਆਂ ਨਹੀਂ ਪਾਇਆ ਜਾਂਦਾ। ਗੁਰ ਸ਼ਬਦ ਦੀ ਕਮਾਈ ਕੀਤਿਆਂ ਰਸ ਜੋਤ ਪ੍ਰਕਾਸ਼ ਅੰਤਰਗਤ ਹੋ ਕੇ ਸਰਬੱਤਰ ਸਰਬ ਦਾ ਰਵ ਰਹੇ ਪਰਮਾਤਮਾ ਦੀ ਸੰਗੋ ਪਾਂਗ ਗਿਆਨ ਵਾਲੀ ਸੱਚੜੀ ਜਾਣ ਪਛਾਣ ਹੋ ਜਾਂਦੀ ਹੈ। ਸਾਰੀ ਕੁਦਰਤ ਵਿਖੇ ਕਰਤਾ ਪੁਰਖ ਨੂੰ ਜਗਮਗ ਜੋਤ ਜਲਵਿਆਂ ਵਿੱਚ ਭਰਪੂਰ ਲੀਣਾ ਵੇਖ ਕੇ ਮਗਨ ਆਨੰਦੀ ਲਿਵ ਜੁੜੀ ਰਹਿੰਦੀ ਹੈ ਗੁਰ ਸ਼ਬਦ ਅਭਿਆਸੀਆਂ ਦੀ। ਇਉਂ ਕਾਦਰ ਨੂੰ ਕੁਦਰਤ ਵਿੱਚ ਜੋਤ ਜਲਵੀਣਾ ਦੇਖ ਕੇ ਹੀ ਮਨ ਨੂੰ ਸੱਚੜੀ ਪਤੀਜ ਆਉਂਦੀ ਹੈ ਕਰਤੇ ਪੁਰਖ ਦੀ ਹੋਂਦ ਹਸਤੀ ਦੀ। ਅਤੇ ਇਉਂ ਸੱਚੀ ਆਸਤਕਤਾ ਦਾ ਪ੍ਰਭਾਵ ਜ਼ਹੂਰਤ ਪੁਰ ਨੂਰਤ ਹੁੰਦਾ ਹੈ। ਨਹੀਂ ਤਾਂ ਹੱਠ ਕਰਮੀਆਂ ਦੀ ਕਪੋਲਤਾ ਨਾਸਤਕਤਾ ਵੱਲ ਹੀ ਲੈ ਜਾਂਦੀ ਹੈ ਅਤੇ ਨਾਸਤਕਤਾ ਭਰੀ ਅਸ਼ਰਦਕਤਾ ਹੀ ਉਪਜਾਉਂਦੀ ਹੈ। ਸਰਬੇ ਆਤਮ ਰਾਮ ਹੀ ਰਮਿਆ ਦੇਖਣ ਅਤੇ ਅਲੱਖ ਪਰਮਾਤਮਾ ਪਾਰ ਬ੍ਰਹਮ ਨੂੰ ਲੱਖਣ ਦਾ ਇਹੋ ਇੱਕੋ ਸੱਚੜਾ ਕਰਮ ਫਲਸਫਾ ਗੁਰ ਗਿਆਨ ਗਮਤੀ ਸੱਚੜਾ ਨਾਮ ਪ੍ਰਕਾਸ਼ ਕਰਾਉਣ ਹਾਰਾ ਗੁਰਮਤ ਨਾਮ ਅਭਿਆਸ ਕਰਮ ਹੀ ਹੈ। ਇਸ ਤੋਂ ਬਿਨਾਂ ਸਭ ਆਨਮਤ ਕਰਮ ਫੋਕਟ ਪਖੰਡ ਕਰਮ ਹੀ ਹਨ। ਜ਼ਰਾ ਅਗਲੇਰਾ ਗੁਰਵਾਕ ਵੀ ਵਿਚਾਰੋ। ਇੰਦਰ ਇੰਦਰਾਸਣ ਬੈਠੇ ਜਮ ਕਾ ਭਉ ਪਾਵੈ, ਜਮ ਨ ਛੋੜੈ ਬਹੁ ਕਰਮ ਕਮਾਵੈ। ਸਤਿਗੁਰ ਭੇਟੈ ਤਾਂ ਮੁਕਤ ਪਾਈਐ, ਹਰ ਹਰ ਰਸ ਨਾ ਪੀਜੈ ਹੈ। ਵੇਦ ਪੜ੍ਹੈ ਹਰ ਨਾਮ ਨ ਬੂਝੈ, ਮਾਇਆ ਕਾਰਣ ਪੜ ਪੜ ਲੂਝੈ। ਅੰਤਰ ਮੈਲ ਅਗਿਆਨੀ ਅੰਧਾ, ਕਿਉ ਕਰ ਦੁਤਰ ਤਰੀਜੈ ਹੈ। ਵੇਦ ਬਾਦ ਸਭ ਆਖ ਵਖਾਣੈ, ਨਾ ਅੰਤਰ ਭੀਜੈ ਨਾ ਸ਼ਬਦ ਪਛਾਣੈ। ਪੁੰਨ ਪਾਪ ਸਭ ਬੇਦ ਦ੍ਰਿੜਾਇਆ, ਗੁਰਮੁਖ ਅੰਮ੍ਰਿਤ ਪੀਜੈ ਹੈ। ਮਾਰੂ ਮਹਲਾ ਤੀਜਾ। ਵਿਆਖਿਆ। ਆਪਣੇ ਇੰਦਰਾਸਣੀ ਤਖਤ ਤੇ ਬੈਠੇ ਇੰਦਰ ਸਾਰਖੇ ਮੁਖੀ ਦੇਵਤੇ ਵੀ ਜਮ ਦਾ ਭਉ ਖਾ ਕੇ ਮੌਤੋਂ ਡਰਦੇ ਰਹਿੰਦੇ ਹਨ। ਆਨਮਤਾਂ ਦੇ ਮੰਨੇ ਹੋਏ ਅਜਿਹੇ ਮੁਖੀ ਦੇਵਤੇ ਇੰਦਰ ਵਰਗੇ ਚਾਹੇ ਅਨੇਕਾਂ ਹੀ ਆਨਮਤ ਕਰਮ ਕਮਾਉਣ, ਪਰ ਇਹਨਾਂ ਆਨਮਤ ਕਰਮ ਕਮਾਉਂਦਿਆਂ ਹੋਇਆਂ ਉਹਨਾਂ ਨੂੰ ਜਮ ਦਾ ਭਉ ਵਿਆਪਿਆ ਹੀ ਰਹਿੰਦਾ ਹੈ। ਓੜਕ ਜਮ ਉਹਨਾਂ ਨੂੰ ਛੱਡਦਾ ਹੀ ਨਹੀਂ, ਝੱਫ ਲੈਂਦਾ ਹੈ। ਬਸ ਵਿਚਾਰੇ 84 ਦੇ ਗੇੜ ਵਿੱਚ ਜਾ ਪੈਂਦੇ ਹਨ। ਉਹਨਾਂ ਦੀ ਮੁਕਤੀ ਹੁੰਦੀ ਹੀ ਨਹੀਂ। ਆਵਣ ਜਾਣ ਦਾ ਗੇੜ ਮੁੱਕੇ ਤਾਂ ਮੁਕਤ ਹੋਵੇ, ਪਰ ਇਹ ਮੁਕਤੀ ਮਿਲਦੀ ਹੈ ਤਾਂ ਗੁਰੂ ਘਰ ਵਿੱਚ ਆਇਆਂ ਸੱਚੇ ਸਤਿਗੁਰੂ ਦੇ ਭੇਟਾਇਆਂ ਮਿਲਦੀ ਹੈ ਅਤੇ ਫੇਰ 84 ਦਾ ਗੇੜ ਵੀ ਮਿਟ ਜਾਂਦਾ ਹੈ। ਸਤਿਗੁਰੂ ਭੇਟੇ ਤੋਂ ਹੀ ਮੁਕਤੀ ਮਿਲਦੀ ਹੈ। ਮੁਕਤੀ ਵੀ ਸੱਚੀ ਹਰ ਦਰਸ਼ਨ ਸੰਯੁਕਤੀ ਸੰਜੋਗ ਸਿਉਤੀ ਪ੍ਰਾਪਤ ਹੁੰਦੀ ਹੈ। ਜਿਉਂਦੇ ਜੀ ਜੋਤ ਰਸ ਦਾ ਵਿਕਾਸ ਅੰਤਰਾਤਮੇ ਹੋਏ ਆਉਂਦਾ ਹੈ। ਜਿਉਂ-ਜਿਉਂ ਰਸਨਾ ਕਰਕੇ ਗੁਰਮਤ ਨਾਮ ਦਾ ਜਾਪ ਅਭਿਆਸ ਕੀਤਾ ਜਾਂਦਾ ਹੈ, ਤਿਉਂ-ਤਿਉਂ ਅੰਮ੍ਰਿਤ ਰਸ ਦੇ ਗਟਾਕ ਅੰਤਰ ਆਤਮੇ ਪੁੰਚੀਂਦੇ ਹਨ। ਇਸ ਸਰੀਰ ਦੇਹੀ ਦੇ ਛੁੱਟਿਆਂ ਵੀ ਵਿਗਾਸ ਰਸ ਜੋਤ ਸਰੋਵਰੀ ਮਨੋਹਰ ਦਰਸ਼ਨ ਪੁਲਾੜ ਖੁੱਲ ਜਾਂਦੇ ਹਨ, ਜਿਸ ਦੀ ਗਹਿਣਗਤ ਕਹੀ ਨਹੀਂ ਜਾ ਸਕਦੀ। ਵੇਦ ਪੜ੍ਹਿਆਂ ਹਰ ਰਸ ਨਹੀਂ ਆਉਂਦਾ। ਹਰ ਰਸ ਆਉਂਦਾ ਹੈ ਤਾਂ ਨਾਮ ਜਪਿਆਂ ਹੀ ਆਉਂਦਾ ਹੈ। ਵੇਦਾਂ ਵਿੱਚ ਨਾਮ ਦਾ ਨਮੂਦ ਮਾਤਰ ਮੁਸ਼ਕ ਵੀ ਨਹੀਂ, ਤਾਂ ਵੇਦ ਪੜਾਕੂ ਦੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਮਾਇਆ ਕਾਰਨ ਹੀ ਲੁੱਝਦੇ ਹਨ। ਪਏ ਲੁੱਝਣ, ਮਾਇਆ ਕਾਰਨ ਲੁੱਝਣ ਕਰਕੇ ਵੇਦ ਪੜਾਕੂ ਦੇ ਅੰਦਰ ਮੈਲ ਹੀ ਲੱਗੀ ਰਹਿੰਦੀ ਹੈ, ਜਿਸ ਕਰਕੇ ਉਸ ਦੇ ਆਤਮਾ ਅੰਦਰ ਮਾਇਆ ਦਾ ਪਸਾਰਾ ਅਤੇ ਨਿਰੇ ਅਗਿਆਨ ਦਾ ਅੰਧਾਰਾ ਪਸਰਿਆ ਰਹਿੰਦਾ ਹੈ। ਇਸ ਕਾਰਨ ਉਹਨਾਂ ਲਈ ਦੁੱਤਰ ਭੌਜਲ ਸੰਸਾਰ ਭੈ ਸਾਗਰ ਨੂੰ ਤਰਨਾ ਅਤੀ ਕਠਨ ਹੋ ਜਾਂਦਾ ਹੈ। ਵੇਦ ਤਾਂ ਸਾਰਾ ਬਾਦ ਹੀ ਬਾਦ ਆਖਦੇ ਵਖਾਣਦੇ ਹਨ। ਬਾਦਾਂ ਦੀਆਂ ਕਹਾਣੀਆਂ ਵਿੱਚ ਹੀ ਵੇਦਾਚਾਰੀ ਰਚੇ ਪਚੇ ਰਹਿੰਦੇ ਹਨ। ਨਾਮ ਪਦਾਰਥ ਵੇਦਾਂ ਵਿੱਚ ਮਿਲਦਾ ਹੀ ਨਹੀਂ, ਤਾਂ ਤੇ ਨਾਮ ਬਿਨਾਂ ਨਾ ਉਹਨਾਂ ਦਾ ਮਨ ਅੰਤਰਲਾ ਆਤਮਾ ਦੇਵ ਭਿੱਜਦਾ ਹੈ, ਨਾ ਉਹਨਾਂ ਨੂੰ ਸ਼ਬਦ ਦੀ ਪਛਾਣ ਆਉਂਦੀ ਹੈ। ਸ਼ਬਦ ਮਾਰਗ ਦਾ ਤਾਂ ਇਹ ਵੇਦ ਥਹੁ ਪਤਾ ਹੀ ਨਹੀਂ ਦਿੰਦੇ, ਨਾ ਹੀ ਵੇਦ ਦੀ ਪੜ੍ਹਾਈ ਵਿੱਚ ਸ਼ਬਦ ਮਾਰਗ ਦਾ ਥਹੁ ਪਤਾ ਹੀ ਦੀਕਸ਼ਤ ਹੁੰਦਾ ਹੈ। ਵੇਦਾਂ ਨੇ ਤਾਂ ਨਿਰਾ ਪੁੰਨ ਪਾਪ ਹੀ ਦ੍ਰਿੜਾਇਆ ਹੈ, ਪੁੰਨ ਪਾਪ ਦੇ ਕਰਮਾਂ ਦਾ ਹੀ ਝਾਕ ਚਖਾਇਆ ਹੈ। ਗੁਰਮੁਖਾਂ ਨੇ ਨਾਮ ਅੰਮ੍ਰਿਤ ਰਸ ਪੀਣਾ ਹੋਇਆ। ਨਾਮ ਵੇਦਾਂ ਵਿੱਚ ਲੱਭਦਾ ਹੀ ਨਹੀਂ। ਅੰਮ੍ਰਿਤ ਰਸ ਕਿਵੇਂ ਪੀਣ ਮਨਮੁਖ ਵੇਦਾਚਾਰੀ।
जे सिमृतन के भय अनुरागी, तिन तिन किरिया ब्रह्म की त्यागी। ਬਚਿੱਤਰ ਨਾਟਕ। ਬ੍ਰਹਮ ਗਿਆਨ ਦੀ ਕਿਰਿਆ ਵੇਦ ਪੜਾਕੂਆਂ ਤੋਂ ਛੁੱਟ ਜਾਂਦੀ ਹੈ। ਵੇਦ ਅਨੁਰਾਗੀਆਂ ਨੂੰ ਨਾਮ ਦਾ ਰਸ ਆ ਹੀ ਨਹੀਂ ਸਕਦਾ। ਨਾਮ ਦੇ ਰਸ ਅਭਿਆਸ ਬਿਨਾ ਤਤ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਵੇ? ਤਾਂ ਤੇ ਵੇਦਾਚਾਰੀ ਕਰਮ ਸਾਰੇ ਹੀ ਫੋਕਟ ਕਰਮ ਹਨ। ਸਿਮਰਿਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਵਿਰਲੈ ਜਾਤਾ ਹੈ। ਮਾਰੂ ਸੋਲਹੇ ਮਹਲਾ ਤੀਜਾ। ਭਾਵ ਵੇਦਾਂ ਦਾ ਅਨੁਵਾਦ ਹਿੰਦੂ ਮਤ ਦੀਆਂ ਪੁਸਤਕਾਂ, ਸਿਮਰਤੀਆਂ ਅਤੇ ਸ਼ਾਸਤਰਾਂ ਵਿੱਚ ਬਹੁਤਾ ਮਾਇਆ ਦੇ ਪਸਾਰਾਂ ਦਾ ਵਿਸਥਾਰ ਹੀ ਕੀਤਾ ਹੋਇਆ ਹੈ। ਮਾਇਕ ਵਿਸਥਾਰ ਵਾਲਾ ਫੈਲਾਓ ਹੀ ਫੈਲਾਇਆ ਹੋਇਆ ਹੈ। ਮੂਰਖ ਲੋਕ ਇਹਨਾਂ ਨੂੰ ਪੜ੍ਹਦੇ ਹਨ, ਪੜ੍ਹ ਕੇ ਮੂਰਖ ਹੀ ਰਹਿੰਦੇ ਹਨ। ਸਿਮਰਿਤ ਸ਼ਾਸਤਰਾਂ ਨੂੰ ਪੜ੍ਹ ਮੂਰਖ ਅਭਿਮਾਨੀਆਂ ਵਾਲੇ ਝਗੜਿਆਂ ਰਗੜਿਆਂ ਵਿੱਚ ਹੀ ਪੈ ਕੇ ਖਪਤ ਹੋ ਗਏ ਹਨ। ਕਈ ਤਾਂ ਇਹਨਾਂ ਝਗੜਿਆਂ ਕਰਕੇ ਸਭਾ ਜੀਤ ਕਹਾਉਂਦੇ ਹੋਏ ਆਪਣੇ ਆਪ ਹੀ ਲਾਸਾਨੀ ਫਿਲਾਸਫਰ ਬਣ ਬੈਠਦੇ ਹਨ। ਸਾਨੂੰ ਅਫਸੋਸ ਤਾਂ ਇਹ ਹੈ ਕਿ ਕਈ ਗੁਰਸਿੱਖਾਂ ਵਿੱਚ ਜੰਮੇ ਪਲੇ ਹੋਏ ਵੀ ਇਹਨਾਂ ਝਗੜਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬਸ ਥਾਂ ਦੀ ਥਾਂ ਰਹਿ ਜਾਂਦੇ ਹਨ। ਗੁਰ ਸ਼ਬਦ ਨੂੰ ਗੁਰਬਾਣੀ ਵਿੱਚੋਂ ਬੁੱਝਦੇ ਚੀਂਦੇ ਨਹੀਂ, ਛੱਡ ਬੈਂਦੇ ਹਨ। ਵਿਰਲਿਆਂ ਗੁਰਮੁਖਾਂ ਨੇ ਹੀ ਗੁਰ ਸ਼ਬਦ ਨੂੰ ਪਛਾਤਾ ਹੈ। ਸ਼ਬਦਹੀਣ ਸਭ ਸਖਣੇ ਹੀ ਰਹਿ ਜਾਂਦੇ ਹਨ। ਬ੍ਰਹਮ ਗਿਆਨ ਉਹਨਾਂ ਦੇ ਨੇੜੇ ਹੀ ਨਹੀਂ ਆਉਂਦਾ। ਆਨਮਤ ਪੁਸਤਕਾਂ ਦੇ ਕਰਮ ਦੜਾਉਂਦੇ ਹਨ, ਸੋ ਸਭ ਪਖੰਡ ਹਨ, ਫੋਕਟ ਕਰਮ ਹੀ ਹਨ। ਯਥਾ ਗੁਰਵਾਕ। ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ, ਮਨ ਹਠ ਕਰਮ ਫਿਰ ਜੋਨੀ ਪਾਏ। ਵਿਖਿਆ ਕਾਰਨ ਲਬ ਲੋਭ ਕਮਾਵੈ, ਦੁਰਮਤ ਕਾ ਦੋ ਰਾਹਾ ਹੈ। ਪੂਰਾ ਸਤਿਗੁਰ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ। ਮਨ ਤਨ ਹਰ ਰਵਿਆ ਘਟ ਅੰਤਰ, ਮਨ ਭੀਨੈ ਭਗਤ ਸਲਾਹਾ ਹੈ। ਮਾਰੂ ਮਹਲਾ ਤੀਜਾ। ਭਾਵ ਆਨਮਤ ਪੁਸਤਕਾਂ ਦਾ ਪੜਾਕੂ ਆਨਮਤ ਪੁਸਤਕਾਂ ਪੜ੍ਹ ਲੋਕਾਂ ਨੂੰ ਆਨਮਤ ਕਰਮ ਹੀ ਕਰਨੇ ਦੜਾਉਂਦਾ ਹੈ। ਇਹ ਆਨਮਤ ਕਰਮ ਨਿਰੇ ਅਗਿਆਨਤਾ ਭਰੇ ਅੰਧ ਕਰਮ ਹੀ ਹੁੰਦੇ ਹਨ। ਅਗਿਆਨੀ ਅੰਧੇ ਆਨਮਤ ਕਰਮਾਂ ਦੇ ਦੱਸੇ ਦੜਾਏ ਹੋਏ ਅੰਧ ਅਗਿਆਨ ਖਾਤੇ ਟੋਏ ਵਿੱਚ ਹੀ ਡਿੱਗਦੇ ਹਨ। ਇਹ ਸਭ ਮਨਮਤੀ ਕਰਮ ਹਨ। ਇਉਂ ਮਨਹਠ ਕਰਮਾਂ ਦੇ ਕੀਤਿਆਂ ਬਹੁਤੀਆਂ ਜੋਨੀਆਂ ਵਿੱਚ ਭਰਮਣਾ ਪੈਂਦਾ ਹੈ ਮਨਹਠ ਕਰਮੀਆਂ ਨੂੰ। ਐਸੇ ਆਨਮਤ ਕਰਮ ਕਰਨ ਹਾਰੇ ਬਿਖ ਮਾਇਆ ਦੇ ਕਾਰਨ ਲੱਭ ਲੋਭ ਭਰੇ ਕਰਮ ਹੀ ਪਏ ਕਮਾਉਂਦੇ ਫਿਰਦੇ ਹਨ। ਲੋਭ ਗ੍ਰਸੇ ਹੀ ਭਟਕਦੇ ਫਿਰਦੇ ਹਨ। ਇਉਂ ਦੁਰਮਤ ਕਰਮੀ ਹੋ ਕੇ ਉਹ ਦੁਚਿੱਤਾਪਣ ਦੁਬਿਧਾ ਦੇ ਕੁਰਾਹੇ ਪੈ ਕੇ ਗੁੰਮਰਾਹ ਹੋ ਜਾਂਦੇ ਹਨ ਅਤੇ ਗੁੰਮਰਾਹ ਹੋਏ ਹੀ ਰਹਿੰਦੇ ਹਨ। ਗੁੰਮਰਾਹ ਰਹਿੰਦੇ ਹੋਏ ਹੀ ਮਰ ਜਾਂਦੇ ਹਨ। ਇਹ ਪੂਰੇ ਸਤਿਗੁਰੂ ਨੂੰ ਤੌਫੀਕਾਂ ਹਨ। ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੁਰਮਤ ਦੁਰਾਹੇ ਦੀ ਗੁੰਮਰਾਹੀ ਵਿੱਚੋਂ ਕੱਢ ਕੇ ਸਿੱਧੇ ਮਾਰਗ ਗੁਰਮਤ ਮਾਰਗ ਤੇ ਪਾ ਕੇ ਸਤਨਾਮ ਦ੍ਰਿੜਾ ਕੇ ਇਸ ਜਨਮ ਵਿੱਚ ਹੀ ਜੀਵ ਪ੍ਰਾਣੀਆਂ ਦਾ ਨਿਸਤਾਰਾ ਕਰਾ ਦਿੱਤਾ ਹੈ। ਸੱਚੇ ਸਤਿਗੁਰੂ ਦੁਆਰਾ ਦ੍ਰਿੜ ਹੋਈ ਗੁਰ ਦੀਖਿਆ ਪਾ ਕੇ ਨਾਮ ਮਨ ਵਿੱਚ ਵਸਦਾ ਹੈ ਅਤੇ ਮਨ ਤਨ ਘਟ ਅੰਦਰ ਰਵਦਾ ਹੈ, ਰਮ ਜਾਂਦਾ ਹੈ। ਇਉਂ ਸ਼ਬਦ ਨਾਮ ਅਭਿਆਸੀਆਂ ਦਾ ਮਨ ਭਿੱਜਦਾ ਹੈ ਅਤੇ ਜਿਨ੍ਹਾਂ ਦੇ ਅੰਮ੍ਰਿਤ ਨਾਮ ਦ੍ਰਿੜ ਹੋ ਜਾਂਦਾ ਹੈ ਤਿਨਾਂ ਨੂੰ ਹੀ ਸਿਫਤ ਸਲਾਹ ਭਗਤੀ ਦਾ ਸੱਚਾ ਸਵਾਦ ਆਉਂਦਾ ਹੈ। ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ, ਖਟ ਦਰਸ਼ਨ ਭ੍ਰਮ ਤੇ ਫਿਰੈ ਨਹਿ ਮਿਲਿਐ ਭੇਖੰ। ਵਰਤ ਕਰੈ ਚੰਦਰਾਇਣਾ ਸੇ ਕਿਤੈ ਨ ਲੇਖੰ, ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨ ਪੇਖੰ। ਤਿਲਕ ਕਢੈ ਇਸ਼ਨਾਨ ਕਰ ਅੰਤਰ ਕਾ ਲੇਖੰ, ਭੇਖੀ ਪ੍ਰਭੂ ਨ ਲੱਭਈ ਵਿਣ ਸੱਚੀ ਸਿੱਖੰ। ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ, ਤਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖੰ। ਵਾਰ ਮਾਰੂ ਮਹਲਾ ਪੰਜਵਾਂ। ਭਾਵ ਅਕਲ ਕਲਾ ਵਾਲਾ ਅਕਾਲ ਪੁਰਖ ਆਨਮਤ ਕਰਮਾ ਕਰ ਆਨਮਤ ਪਾਖੰਡ ਸੰਜਮਾ ਕਰ ਨਹੀਂ ਪਾਇਆ ਜਾ ਸਕਦਾ। ਉਹ ਲਖਿਆ ਨਹੀਂ ਜਾ ਸਕਦਾ। ਲਖਤਾ ਤੋਂ ਰਹਿਤ ਹੈ ਅਤੇ ਗਿਣਤੀਆਂ ਮਿਣਤੀਆਂ ਹੱਦਬੰਦੀਆਂ ਤੋਂ ਪਰੇ ਬੇਅੰਤ ਹੈ। ਖਟ ਦਰਸ਼ਨ ਜੋਗੀਆਂ ਦੇ ਖਟ ਦਰਸ਼ਨ ਭੇਖ ਸਭ ਭਰਮਦੇ ਫਿਰਦੇ ਹਨ, ਪਰ ਉਹ ਨਿਰੰਕਾਰ ਵਾਹਿਗੁਰੂ ਭੇਖਾਂ ਦੁਆਰਾ ਨਹੀਂ ਪਾਇਆ ਜਾਂਦਾ। ਜਿਹੜੇ ਲੋਕ ਸੰਜਮ ਕਰਦੇ ਤੇ ਵਰਤ ਰੱਖਦੇ ਹਨ ਸੋ ਵਰਤ ਕਿਸੇ ਵੀ ਲੇਖੇ ਨਹੀਂ ਪੈਂਦੇ। ਭਾਵੇਂ ਸੰਪੂਰਨ ਵੇਦ ਪੜ੍ਹ ਲਏ ਜਾਣ, ਪੜ੍ਹ ਕੇ ਘੋਖ ਲਏ ਜਾਣ, ਪਰ ਤਤਸਾਰ ਸਾਰਿਆਂ ਹੀ ਵੇਦਾਂ ਵਿੱਚ ਕਿਤੇ ਦਿਖਾਈ ਨਹੀਂ ਦਿੰਦਾ। ਵੇਦਾਂ ਅੰਦਰ ਦਰਸਾਏ ਸਾਰੇ ਕਰਮ ਕਿਸੇ ਵੀ ਲੇਖੇ ਨਹੀਂ ਪੈਂਦੇ ਕਿਉਂਕਿ ਤਤਸਾਰ ਕਰਮ ਦਾ ਉਹਨਾਂ ਵਿੱਚ ਨਮੂਦ ਹੀ ਨਹੀਂ।
ਇਸ਼ਨਾਨ ਕਰਕੇ ਤਿਲਕ ਆਦਿ ਕੱਢ ਕੇ ਮੱਥੇ ਤੇ ਲਾਉਣੇ ਵੀ ਗੁਣਕਾਰੀ ਨਹੀਂ, ਕਿਉਂਕਿ ਇਹ ਕਿਰਿਆ ਕਰਮ ਕੀਤਿਆਂ ਅੰਦਰਲੀ ਕਾਲਖ ਮਿਟਦੀ ਨਹੀਂ। ਅੰਦਰਲੀ ਕਾਲਖ ਬਣੀ ਰਹੀ ਤਾਂ ਤਿਲਕ ਕੱਢਣ ਦਾ ਕੀ ਫਾਇਦਾ ਅਤੇ ਤੀਰਥਾਂ ਪਰ ਇਸ਼ਨਾਨ ਕੀਤੇ ਦਾ ਹੀ ਕੀ ਲਾਭ। ਅਜਿਹੇ ਆਨਮਤ ਭੇਖਾਂ ਦੇ ਕੀਤਿਆਂ ਪ੍ਰਭੂ ਨਹੀਂ ਲੱਭਦਾ ਹੈ ਤਾਂ ਸੱਚੀ ਸਿੱਖਿਆ ਦੁਆਰਾ ਲੱਭਦਾ ਹੈ, ਅਤੇ ਇਹ ਸੱਚੀ ਸਿੱਖਿਆ ਦੀਖਿਆ ਗੁਰੂ ਘਰੋਂ ਤੇ ਗੁਰੂ ਦੁਆਰਿਓਂ ਪ੍ਰਾਪਤ ਹੁੰਦੀ ਹੈ ਅਤੇ ਹੋਰ ਕਿਤੋਂ ਨਹੀਂ। ਤਿਨਾਂ ਜਨਾਂ ਨੇ ਆਪਣਾ ਜਨਮ ਸਵਾਰ ਲਿਆ, ਜਿਨ੍ਹਾਂ ਨੇ ਸੱਚੇ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਕਰ ਲਏ। ਪਰਮਾਰਥੋਂ ਭੁੱਲਿਆ ਹੋਇਆ ਪੰਥੀ ਸੋਈ ਸੁਮਾਰਗ ਪੈਂਦਾ ਹੈ ਜਿਸ ਦੇ ਮਸਤਕ ਉੱਤੇ ਸ਼ੁਭ ਲੇਖ ਲਿਖਿਆ ਹੁੰਦਾ ਹੈ। ਪੰਡਿਆ ਕਵਨ ਕੁਮਤ ਲਾਗੇ, ਬੂਢੋਗੇ ਪਰਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਰਹਾਉ वेद पुराण पढ़े का क्या गुण, खर चंदन जस भारा, राम नाम की गत नहीं जानी, कैसे उतरस पारा। जी बधो सो धर्म कर थापो, अधर्म कहो कत भाई, आपस को मुनिवर कर थापो, काको कहो कसाई। मन के अंधे आप न बूझो, काहे बुझावो भाई, माया कारण विद्या बेचो, जन्म अबिरथा जाई। नारद बचन ब्यास कहत है, सुख को पूछो जाई, ਕਹਿ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੂਢੇ ਭਾਈ। ਮਾਰੂ ਕਬੀਰ ਜੀ। ਵਿਆਖਿਆ। ਵੇਦਾਚਾਰੀ ਅਤੇ ਵੇਦ ਕਰਮਾਰੀ ਪੰਡਤਾਂ ਪ੍ਰਤੀ ਸੰਬੋਧਨ ਕਰਕੇ ਸਰਬੱਤ ਵੇਦ ਪੜ੍ਹਨ ਹਾਰੇ ਅਤੇ ਵੇਦਾਂ ਅਨੁਸਾਰ ਕਰਮ ਕਰਨ ਹਾਰੇ ਪੰਡਤਾਂ ਨੂੰ ਪ੍ਰਬੋਧਿਆ ਗਿਆ ਹੈ ਇਸ ਵਾਕ ਦੁਆਰਾ, ਅਤੇ ਦੱਸਿਆ ਗਿਆ ਹੈ ਕਿ ਇਹ ਵੇਦ ਮਤ ਦੇ ਮੁੱਠੇ ਪੰਡਿਏ ਪੰਡਤ ਲੋਕ ਜੋ ਵੀ ਕਰਮ ਕਰਦੇ ਹਨ ਸੋ ਕੁਮਤੜੀ ਭਰੇ ਕਰਮ ਕਰਦੇ ਹਨ। ਵੇਦਾਂ ਦੀ ਪੜ੍ਹਾਈ ਲਾਉਂਦੀ ਹੀ ਕੁਮਤੜੇ ਕਰਮ ਵੱਲ ਹੈ। ਇਹ ਵੇਦ ਮਤੇ ਵਾਲੇ ਸਮੁੱਚੇ ਕਰਮ, ਕੁਮਤ ਭਰੇ ਕਰਮ ਜਿਤਨੇ ਵੀ ਹਨ, ਸਭੇ ਹੀ ਇਹਨਾਂ ਕੁਮਤ ਕਰਮ ਕਰਨ ਹਾਰਿਆਂ ਨੂੰ ਭਵ ਸਾਗਰ ਵਿੱਚ ਡੋਬਣ ਵਾਲੇ ਕਰਮ ਹਨ, ਕਿਉਂਕਿ ਇਹਨਾਂ ਆਨਮਤ ਕੁਮਤੜੇ ਕਰਮਾਂ ਦੇ ਕਰਨ ਕਰ ਨਾਮ ਜਪਣ ਦੀ ਸੁਮਤ ਆਉਂਦੀ ਹੀ ਨਹੀਂ, ਅਤੇ ਨਾਮ ਨੂੰ ਇਹ ਵੇਦ ਆਨਮਤ ਧਰਮ ਪੁਸਤਕ ਦੜਾਉਂਦੇ ਹੀ ਨਹੀਂ, ਪ੍ਰਤਿਪਾਦਨ ਹੀ ਨਹੀਂ ਕਰਾਉਂਦੇ, ਅਤੇ ਨਾਮ ਬਿਨਾਂ ਭਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੁੰਦਾ, ਪ੍ਰਾਣੀ ਦਾ ਨਿਸਤਾਰਾ ਹੁੰਦਾ ਹੀ ਨਹੀਂ। ਬਿਨਾਂ ਗੁਰਮਤ ਧਰਮ ਦੇ ਆਨਮਤ ਕੋਈ ਵੀ ਨਾਮ ਨਹੀਂ ਦੜਾਉਂਦਾ। ਸਭ ਆਨਮਤ ਧਰਮ ਪੁਸਤਕ ਖਾਸ ਕਰ ਵੇਦ ਤਾਂ ਬੰਦੇ ਨੂੰ ਕਰਮਾਂ ਕਾਂਡਾਂ ਵਿੱਚ ਹੀ ਉਲਝਾਉਂਦੇ ਹਨ। ਕਰਮ ਕਾਂਡ ਕੀਤਿਆਂ ਪ੍ਰਾਣੀ ਦਾ ਨਿਸਤਾਰਾ, ਭਵ ਸਾਗਰ ਤੋਂ ਪਾਰ ਉਤਾਰਾ ਤਾਂ ਕੀ ਹੋਣਾ ਸੀ, ਉਸ ਦਾ ਡੁੱਬਣ ਦਾ ਹੀਲਾ ਬਣ ਜਾਂਦਾ ਹੈ। ਅਤੇ ਇਹ ਕਰਮ ਕਾਂਡੀ ਕੁਮਤੜੀਆਂ ਕਰਮਤੜੀਆਂ ਵਾਲੇ ਬੜੇ ਹੀ ਅਭਾਗੇ ਪੁਰਸ਼ ਹਨ, ਨਾਮ ਜੋ ਨਹੀਂ ਜਪਦੇ। ਵੇਦ ਪੁਰਾਣ ਪੜ੍ਹੇ ਹੋਣ ਦਾ, ਵੇਦ ਪੁਰਾਣਾ ਆਦਿਕ ਆਨਮਤ ਪੁਸਤਕਾਂ ਦੇ ਪੜ੍ਹਨ ਦਾ ਕੀ ਲਾਭ ਹੈ, ਕੀ ਮੁੱਲ ਹੈ, ਜੋ ਇਹਨਾਂ ਦੇ ਪੜ੍ਹਨ ਕਰ ਵਾਹਿਗੁਰੂ ਦੀ ਰਮਤ ਰਾਮ, ਸਾਰੇ ਰਮੇ ਹੋਏ ਰਾਮ ਦੇ ਨਾਮ ਦੀ ਗਤੀ ਹੀ ਨਹੀਂ ਜਾਣੀ ਜਾ ਸਕਦੀ, ਨਾਮ ਦੀ ਕਦਰ ਹੀ ਨਹੀਂ ਪਛਾਣੀ ਜਾ ਸਕੀਦੀ। ਤਾਂ ਇਹਨਾਂ ਵੇਦਾਂ ਤੇ ਪੁਰਾਣਾ ਆਦਿਕ ਆਨਮਤ ਪੁਸਤਕਾਂ ਦੇ ਪੜ੍ਹਨ ਨਾਲ ਜਾਂ ਇਹਨਾਂ ਅਨੁਸਾਰ ਕਰਮ ਕਰਨ ਨਾਲ ਕੈਸੇ ਪਾਰ ਉਤਾਰਾ ਨਿਸਤਾਰਾ ਹੋ ਸਕਦਾ ਹੈ। ਭਵ ਸਾਗਰ ਤੋਂ ਪਾਰ ਉਤਰਨ ਦਾ ਧੁਰਵਾ ਕੈਸੇ ਬੱਝ ਸਕਦਾ ਹੈ, ਬੱਝ ਹੀ ਨਹੀਂ ਸਕਦਾ, ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਜੈਸੇ ਗਧੇ ਉੱਪਰ ਚੰਦਨ ਦੇ ਭਾਰ ਲੱਦ ਲਏ, ਤੈਸੇ ਵੇਦਾਂ ਪੁਰਾਣਾਂ ਦੇ ਲੱਦ ਲਏ। ਵੇਦਾਂ ਪੁਰਾਣਾਂ ਆਨਮਤ ਧਰਮ ਕਰਮ ਦੀਆਂ ਪੁਸਤਕਾਂ ਪੜ੍ਹਨ ਹਾਰੇ ਪੜਾਕੂ ਸਭ ਖਰ ਦਿਮਾਗ ਹੋ ਜਾਂਦੇ ਹਨ। ਉਹਨਾਂ ਨੂੰ ਨਾਮ ਦੀ ਚੰਦਨ ਵਾਸ ਪੋ ਹੀ ਨਹੀਂ ਸਕਦੀ, ਚਾਹੇ ਚੰਦਨ ਦੇ ਅੰਬਾਰਾਂ ਦੇ ਅੰਬਾਰ ਉਹਨਾਂ ਉੱਤੇ ਲੱਦ ਦਈਏ, ਭਾਵੇਂ ਚੰਦਨ ਦੇ ਅੰਬਾਰਾਂ ਵਿੱਚ ਉਹਨਾਂ ਨੂੰ ਗੱਡ ਦਈਏ, ਉਹਨਾਂ ਨੇ ਤਾਂ ਗਧੇ ਹੀ ਰਹਿਣਾ ਹੈ। ਸੋ ਇਹਨਾਂ ਵੇਦਮਤੀ ਵਿਦਿਆਵਾਂ ਨੇ ਬਹੁਤੇ ਗਰਦਬਾ ਨੰਦੀ ਸੁਆਮੀ ਹੀ ਪੈਦਾ ਕੀਤੇ ਹਨ। ਗਰਦਬ ਨੂੰ ਚਾਹੇ ਚੰਦਨ ਦੇ ਲੇਪ ਨਾਲ ਲਿਪ ਦਿੱਤਾ ਜਾਵੇ, ਗਰਦਬ ਦੇ ਅੰਦਰ ਚੰਦਨ ਦੀ ਵਾਸ਼ਨਾ ਖੁਸ਼ਬੋਈ ਕਦੇ ਨਹੀਂ ਚੜੇਗੀ, ਨਾ ਪੋਹੇਗੀ। ਖਰ ਚੰਦਨੀ ਦਿਮਾਗ ਕਦੇ ਚੰਦਨ ਕੁੰਦਨੀ ਪਾਰਸ ਚੰਦਨੀ ਸਿਫਤ ਸਲਾਹ ਦੇ ਪਾਤਰ ਨਹੀਂ ਬਣ ਸਕਦੇ। ਮਿਸਾਲ ਦੇ ਤੌਰ ਤੇ ਇੱਕ ਗੱਲ ਨਾਲ ਹੀ ਉਹਨਾਂ ਦੀ ਪਰਖ ਪੜਤਾਲ ਕਰ ਲਵੋ। ਕਿਹੜੀ ਗੱਲ? ਉਹ ਇਹ ਹੈ ਕਿ ਵੇਦਾਂ ਪੁਰਾਣਾ ਆਦਿਕ ਆਨ ਧਰਮ ਮਤ ਪੁਸਤਕਾਂ ਅੰਦਰ ਜੀਵਾਂ ਨੂੰ ਵੱਧ ਕਰਨਾ, ਵੱਢਣਾ, ਕੋਣਾ, ਕਤਲ ਕਰਨਾ ਪੁੰਨ ਧਰਮ ਕਰਕੇ ਲਿਖਿਆ ਹੈ। ਇਹ ਇਹਨਾਂ ਪੁਸਤਕਾਂ ਦੇ ਵੇਤਿਓ ਪੰਡਿਓ, ਤੁਸਾਂ ਵੀ ਜੀਵਾਂ ਦੇ ਵੱਧ ਕਰਨ ਨੂੰ ਪੁੰਨ ਧਰਮ ਥਾਪਿਆ ਹੋਇਆ ਹੈ, ਜਿਸ ਜੈਸਾ ਪਾਪ ਕਰਮ ਹੀ ਕੋਈ ਨਹੀਂ। ਜੇ ਇਸ ਪਾਪ ਕਰਮ ਨੂੰ ਹੀ ਤੁਸੀਂ ਧਰਮ ਕਰਕੇ ਮੰਨਦੇ ਹੋ ਤਾਂ ਦੱਸੋ ਅਧਰਮ ਕਿਹੜਾ ਹੋਇਆ?
ਅਰਥਾਤ ਜੀਵਾਂ ਨੂੰ ਮਾਰਨ, ਵੱਢਣ, ਵੱਧ ਕਰਨ ਤੋਂ ਵੱਧ ਕੇ ਕੋਈ ਅਧਰਮ ਨਹੀਂ, ਕੋਈ ਏਦੋਂ ਵੱਧ ਪਾਪ ਕਰਮ ਨਹੀਂ, ਤਾਂ ਕੈਸੇ ਤੁਹਾਡਾ ਪਾਰ ਉਤਾਰਾ ਹੋਵੇਗਾ? ਨਿਸ਼ਚੇ ਕਰਕੇ ਤੁਸੀਂ ਭਵਸਾਗਰ ਦੀ ਮੰਝ ਧਾਰ ਵਿੱਚ ਡੁੱਬੋਗੇ। ਜੀਵਾਂ ਦੇ ਵੱਧ ਕਰਨ ਵਾਲੇ ਕਰਮ ਕਰਕੇ ਤਾਂ ਤੁਸੀਂ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਮੁਨਵਰ ਬਣਾਈ ਥਾਪੀ ਬੈਠੇ ਹੋ, ਤਾਂ ਦੱਸੋ ਫਿਰ ਕਸਾਈ ਕਿਸ ਨੂੰ ਕਹੋਗੇ? ਸਭ ਤੋਂ ਵੱਡੇ ਕਸਾਈ ਤਾਂ ਤੁਸੀਂ ਆਪ ਹੋ, ਜੀਵਾਂ ਨੂੰ ਮਾਰਨ ਵਾਲੇ। ਤੁਹਾਥੋਂ ਵੱਧ ਹੋਰ ਕੌਣ ਕਸਾਈ ਹੋ ਸਕਦਾ ਹੈ? ਜੇ ਕਸਾਈ ਦਾ ਨਾਮ ਹੀ ਮੁਨਵਰ ਹੈ ਤਾਂ ਇਹ ਤੁਸਾਡੀ ਮੁਨਵਰਤਾ ਕੋਈ ਨਹੀਂ, ਐਵੇਂ ਪਖੰਡ ਹੀ ਹੈ। ਜੀਆ ਵੱਧ ਵਾਲੇ ਕਰਮ ਤੁਸਾਡੇ ਸਭ ਕਸਾਈਆਂ ਵਾਲੇ ਕਰਮ ਹਨ। ਮਤ ਇਸ ਭੁਲੇਖੇ ਰਹਿਓ ਕਿ ਮੁਨਵਰੀ ਪਖੰਡੀ ਬਣ ਕੇ ਤੁਸਾਡਾ ਪਾਰ ਉਤਾਰਾ ਹੋ ਜਾਵੇਗਾ। ਇਹ ਸਭ ਤੁਸਾਂ ਨੂੰ ਭਵ ਸਾਗਰ ਵਿੱਚ ਡੋਬਣ ਵਾਲੇ ਹੀ ਕਰਮ ਹਨ। ਤੁਸੀਂ ਆਪ ਤਾਂ ਮਨ ਦੇ ਅੰਧੇ ਹੋ, ਦੂਜਿਆਂ ਨੂੰ ਤੁਸੀਂ ਕੀ ਸੁਮਤੀ ਦੇ ਸਕਦੇ ਹੋ? ਹੋਰਾਂ ਨੂੰ ਤੁਸੀਂ ਅੰਧੇ ਗਿਆਨੀ ਕੀ ਗਿਆਨ ਬੁਝਾ ਸਕਦੇ ਹੋ? ਐਵੇਂ ਕਰਮਹੀਣ, ਧਰਮਹੀਣ, ਮਨਹੀਣ, ਗਿਆਨਹੀਣ ਚੁੰਚ ਗਿਆਨੀ ਪੰਡਿਤ ਬਣਾ ਕੇ ਅਤੇ ਇਸ ਚੁੰਚ ਗਿਆਨ ਵਾਲੀ ਬਾਦ ਵਿਦਿਆਵੀ ਕਥਾ ਕਰ ਕਰ ਤੁਸੀਂ ਐਵੇਂ ਬਪੜੀ ਮਾਇਆ ਦੇ ਕਾਰਨ ਆਪਣੀ ਵਿਦਿਆ ਨੂੰ ਵੇਚਦੇ ਹੋ, ਜਿਸ ਕਰਕੇ ਤੁਸਾਡਾ ਮਨੁੱਖਾ ਜਨਮ ਐਵੇਂ ਬਿਰਥਾ ਹੀ ਜਾਵੇਗਾ। ਨਾਰਦ ਮੁਨੀ ਤੋਂ ਲੈ ਕੇ ਬਿਆਸ, ਸੁਖਦੇਵ ਆਦਿਕ ਇਹੀ ਸਾਖਾ ਭਰਦੇ ਹਨ ਕਿ ਹਿੰਸਾ ਆਦਿ ਕਰਮ ਸਭ ਅਧਰਮ ਅਨਿਆਏ ਰੂਪ ਕਰਮ ਹਨ, ਕਰਨੇ ਉਚਿਤ ਨਹੀਂ। ਤਾਂ ਤੇ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਸਰਬੱਤਰ ਰਮੇ ਹੋਏ ਰਾਮ ਦੇ ਨਾਮ ਦਾ ਸਿਮਰਨ ਕਰਕੇ ਪ੍ਰਾਣੀ ਦਾ ਛੁਟਕਾਰਾ ਨਿਸਤਾਰਾ ਹੈ। ਹਿੰਸਾ ਆਦਿ ਜੀਵਾਂ ਨੂੰ ਵੱਧ ਕਰਨ ਵਾਲੇ ਕਰਮ ਸਭ ਰਸਾਤਲ ਨੂੰ ਹੀ ਲਿਜਾ ਕੇ ਡੋਬਣ ਵਾਲੇ ਹਨ। ਵਾਮ ਮਾਰਗੀਆਂ ਨੇ ਵੇਦਾਂ ਵਿੱਚੋਂ ਸਿੱਖਿਆ ਲੈ ਕੇ ਇਹ ਤੱਤ ਕੱਢਿਆ ਹੈ ਕਿ ਮੁਦਰਾ, ਮਦਰਾ, ਮੈਥਨ, ਮਾਸ ਮੱਛੀ ਇਹਨਾਂ ਪੰਜਾਂ ਮਕਾਰਾਂ ਵਾਲੇ ਕਰਮਾਂ ਦਾ ਕਰਨਹਾਰਾ ਹੋਣ ਕਰ ਹੀ ਪ੍ਰਾਣੀ ਦੀ ਕਲਿਆਣ ਹੁੰਦੀ ਹੈ। ਅਜਿਹੇ ਵਾਮ ਮਾਰਗ ਵੇਦ ਪੜ੍ਹੇ ਪੰਡਤਾਂ ਨੂੰ ਕਬੀਰ ਸਾਹਿਬ ਉੱਪਰ ਵਾਲਾ ਉਪਦੇਸ਼ ਦ੍ਰਿੜਾਏ ਕੇ ਸੁਮੱਤੇ ਲਾਉਂਦੇ ਹਨ ਅਤੇ ਦੱਸਦੇ ਹਨ ਕਿ ਜੀਵਾਂ ਨੂੰ ਵੱਧ ਕਰਨ ਆਦਿਕ ਵਾਮ ਮਾਰਗੀ ਕਰਮ ਨੂੰ ਕੀਤਿਆਂ ਅਵਸ਼ ਭਵ ਸਾਗਰ ਵਿੱਚ ਡੁੱਬੀਦਾ ਹੈ, ਜਿੱਥੋਂ ਤਰਨਾ ਅਤ ਦੁਹੇਲਾ ਹੋ ਜਾਂਦਾ ਹੈ।